ਵਾਹਿਗੁਰੂ ਸਾਹਿਬ ਜੀਓ। ਬਾਰਹਿ ਮਾਹਾ ਮਾਝ ਮਹੱਲਾ ਪੰਜਵਾ। ਘਰ ਚੌਥਾ। ਇਕ ਓੰਕਾਰ ਸਤ ਗੁਰ ਪ੍ਰਸਾਦ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬੰਨ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬੰਨ। ਮਾਣਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾਹੀ ਸੰਨ। ਰੰਗ ਸਭੇ ਨਾਰਾਇਣੈ, ਜੇਤੇ ਮਨ ਭਾਵਨ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਜੋ ਪ੍ਰਭ ਕੀਤੇ ਆਪਣੇ, ਸੇਈ ਕਹੀਐ ਧਨ। ਆਪਣ ਲੀਆ ਜੇ ਮਿਲੈ, ਵਿਛੁੜ ਕਿਉ ਰੋਵਨ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਣਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਣਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ, ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨਾ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਹੁਣ ਤੱਕ ਦਾ ਸਮਾਂ ਰਾਤਰੀ ਦੇ ਰੂਪ ਵਿੱਚ ਆਪਣੇ ਪਿਆਰ ਤੇ ਭਾਣੇ 'ਚ ਬਤੀਤ ਕਰਾਇਆ।
ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਦਰਬਾਰ ਵਿੱਚ ਹਾਜ਼ਰ ਹੋਣ ਦਾ ਸਬਬ ਸੁਭਾਗ ਬਖਸ਼ਿਆ। ਮਹਾਰਾਜ ਦੀ ਰਹਿਮਤ ਹੋਈ, ਅੱਜ ਸਾਨੂੰ ਇਹ ਸਮਾਂ ਮਿਲਿਆ ਆ ਕੁਝ ਘੜੀਆਂ ਸਤ ਸੰਗਤ ਦੀਆਂ। ਸਿਆਣੇ ਕਹਿੰਦੇ ਨੇ, ਮਹਾਰਾਜ ਦੇ ਬਚਨ ਪੜ੍ਹ ਪੜ੍ਹ ਕੇ ਸੁਣਾਉਂਦੇ ਨੇ, ਵਿਣ ਭਾਗਾਂ ਸਤ ਸੰਗ ਨਾ ਲੱਭੈ। ਭਾਗਾਂ ਤੋਂ ਬਿਨਾਂ ਸਤ ਸੰਗਤ ਨਹੀਂ ਮਿਲਦੀ। ਭਾਗ ਬਣਾਉਣ ਵਾਸਤੇ ਯਤਨ ਸਾਨੂੰ ਕਰਨਾ ਪੈਂਦਾ ਹੈ। ਜਿਵੇਂ ਕਿਹਾ ਜਾਏ ਕਿ ਭਾਂਡੇ ਤੋਂ ਬਿਨਾਂ ਪ੍ਰਾਪਤੀ ਨਹੀਂ ਹੁੰਦੀ, ਕੁਝ ਪੈਂਦਾ ਨਹੀਂ, ਪਰ ਭਾਂਡਾ ਤੇ ਤਿਆਰ ਕਰਨਾ ਪੈਂਦਾ ਹੈ, ਭਾਂਡਾ ਲੱਭਣਾ ਪੈਂਦਾ ਹੈ, ਸਵਾਰਨਾ ਪੈਂਦਾ ਹੈ, ਲੈ ਕੇ ਆਉਣਾ ਪੈਂਦਾ, ਤਦ ਜਾ ਕੇ ਕਿਤੇ ਕੁਝ ਮਿਲਦਾ। ਠੀਕ ਹੈ, ਮਿਲਦਾ ਭਾਗਾਂ ਕਰਕੇ, ਲੇਕਿਨ ਭਾਗਾਂ ਤੱਕ ਬਹੁਤ ਕੁਝ ਪਹਿਲਾਂ ਹੈ ਜੋ ਜੀ ਨੇ ਕਰਨਾ। ਉਹ ਜੀ ਦੀ ਇਜਾਜ਼ਤ ਤੇ ਜੀ ਦੀ ਆਜ਼ਾਦੀ ਕਰਤੇ ਨੇ ਜੀ ਨੂੰ ਦਿੱਤੀ ਹੈ। ਉਹਦੇ ਸਦਕੇ ਸਾਨੂੰ ਸਬਬ ਸਮਾਂ ਬਣਿਆ। ਇੱਥੇ ਬੈਠ ਕੇ ਜੋ ਸਾਨੂੰ ਸਾਡੇ ਵਡੇਰਿਆਂ ਨੇ ਪਰੰਪਰਾਵਾਂ ਦਿੱਤੀਆਂ ਨੇ, ਉਹਨਾਂ ਪਰੰਪਰਾਵਾਂ ਦੇ ਵਿੱਚ ਰਹਿੰਦਿਆਂ ਆਸਾਂ ਨੇ ਆਪਣੇ ਜੀਵਨ ਨੂੰ ਸਵਾਰਨਾ ਹੈ ਅਤੇ ਸੁਰਤ ਚੇਤਨਾ ਕਰਕੇ ਉੱਚੇ ਉੱਠਣਾ ਹੈ। ਭਾਵੇਂ ਸਾਨੂੰ ਇਹ ਦਿਸੇਗਾ ਨਹੀਂ, ਪਰ ਮਾਇਆ ਮੰਡਲ ਤੋਂ ਅਸੀਂ ਉੱਚੇ ਜਾਣਾ ਹੈ। ਜਦੋਂ ਕਿਸੇ ਦੀ ਸੁਰਤ ਚੇਤਨਾ ਮਾਇਆ ਦੇ ਮੰਡਲਾਂ ਤੋਂ ਜਿਤਨਾ ਜਿਤਨਾ ਉੱਚਾ ਉੱਠਦੀ ਜਾਂਦੀ ਹੈ, ਉਤਨਾ ਉਤਨਾ ਹੀ ਉਹਦੇ ਸੁਭਾਅ ਦੇ ਵਿੱਚ ਤਬਦੀਲੀ ਆਉਂਦੀ ਜਾਂਦੀ ਹੈ। ਉਸ ਤਬਦੀਲੀ ਆਉਂਦਿਆਂ ਆਉਂਦਿਆਂ ਇੱਕ ਮੁਕਾਮ ਆਉਂਦਾ ਹੈ, ਜਦੋਂ ਉਹ ਮਾਇਆ ਦੇ ਸਰਕਲ ਤੋਂ, ਮਾਇਆ ਦੀ ਲੇਅਰ ਤੋਂ ਪਾਰ ਟੱਪ ਜਾਂਦਾ ਹੈ, ਅਤੇ ਸਮਝ ਲਓ ਉਦੋਂ ਉਹ ਪੂਰਨ ਤੌਰ 'ਤੇ ਸ਼ਾਂਤੀ ਦੇ ਰਾਹ 'ਤੇ ਤੁਰ ਪੈਂਦਾ ਹੈ। ਇਹ ਨਹੀਂ ਕਿ ਉਹਨੂੰ ਸਫਲਤਾ ਦੇ ਸਾਰੇ ਪੈਮਾਨੇ ਸ਼ੁਰੂ ਨਹੀਂ, ਹੁਣ ਤਾਂ ਇੱਕ ਨਵਾਂ ਰਾਹ ਖੁੱਲ੍ਹਿਆ ਉਹਦੇ ਲਈ। ਹੁਣ ਉਹ ਡਿੱਗੇਗਾ ਨਹੀਂ, ਪਰ ਉਚਾਈਆਂ ਕਿਤਨੀਆਂ ਛੂਹੇਗਾ ਇਹ ਪਤਾ ਨਹੀਂ, ਕਿਉਂਕਿ ਉਚਾਈ ਤੇ ਅਨੰਤ ਹੈ ਨਾ। ਆਕਾਸ਼ ਤੇ ਬਹੁਤ ਵੱਡਾ ਉੱਚਾ ਹੈ ਨਾ, ਜਿਤਨਾ ਮਰਜ਼ੀ ਉੱਚਾ ਉੱਠ ਸਕੋ, ਪਰ ਇਹ ਹੈ ਕਿ ਹੁਣ ਉਹ ਡਿੱਗੇਗਾ ਨਹੀਂ। ਅਗਰ ਉਹ ਮਾਇਆ ਦੀ ਪਕੜ ਤੋਂ, ਮਾਇਆ ਦੀ ਲੇਅਰ ਤੋਂ ਪਾਰ ਲੰਘੇ। ਜਿਵੇਂ ਧਰਤੀ ਦੇ ਵਿਗਿਆਨੀ ਅੱਜ ਜੋ ਫਿਜ਼ਿਕਸ ਪੜ੍ਹਦੇ, ਉਹਨਾਂ ਨੂੰ ਪਤਾ ਹੈ ਕਿ ਧਰਤੀ ਦੀ ਹੱਦ ਤੋਂ ਉੱਚਾ ਉੱਠ ਜਾਏ, ਜਿਹਨੂੰ ਲੋਕ ਗ੍ਰੈਵਿਟੀ ਕਹਿੰਦੇ ਨੇ, ਗੁਰੂਤਵਾਕਰਸ਼ਣ ਦੀ ਤਾਕਤ ਕਹਿੰਦੇ ਨੇ। ਜਦੋਂ ਕੋਈ ਚੀਜ਼ ਇਸ ਗੁਰੂਤਵਾਕਰਸ਼ਣ ਦੀ ਧਰਤੀ ਤੋਂ ਪਾਰ ਲੰਘ ਜਾਂਦੀ ਹੈ ਤੇ ਫਿਰ ਮੁੜ ਧਰਤੀ 'ਤੇ ਡਿੱਗਦੀ ਨਹੀਂ। ਉਤੋਂ ਅੱਗੇ ਇੱਕ ਹੋਰ ਲੇਅਰ ਹੁੰਦੀ ਹੈ, ਅਗਰ ਉਹਦੇ ਵਿੱਚ ਰਹੇ ਤੇ ਧਰਤੀ ਦੀ ਪਰਿਕਰਮਾ ਕਰਦੀ ਰਹੇਗੀ। ਅਗਰ ਕਿਸੇ ਕਾਰਨ ਉਸ ਲੇਅਰ ਤੋਂ ਹੀ ਪਾਰ ਲੰਘ ਜਾਏ, ਫਿਰ ਧਰਤੀ ਦੀ ਪਰਿਕਰਮਾ ਨਹੀਂ ਕਰੇਗੀ, ਸ਼ਾਇਦ ਰਾਹ ਭਟਕ ਜੇ, ਪਤਾ ਨਹੀਂ ਕੀ ਉਹਦਾ ਹੋਏਗਾ। ਇਸ ਕਰਕੇ ਜਿਤਨੇ ਵਿਗਿਆਨਿਕ ਸਾਡੇ ਬਹੁਤੇ ਸੈਟੇਲਾਈਟ ਛੱਡਦੇ ਨੇ, ਉਸ ਲੇਅਰ 'ਤੇ ਹੁੰਦੇ ਨੇ ਜਿੱਥੇ ਪਰਿਕਰਮਾ ਕਰਦੇ ਨੇ। ਕਿਉਂਕਿ ਜਿਵੇਂ ਚੁੰਬਕ ਦੇ ਸਦਕੇ ਚੀਜ਼ਾਂ ਘੁੰਮਦੀਆਂ ਨੇ, ਫਿਰ ਧਰਤੀ ਦੀ ਚੁੰਬਕੀ ਸ਼ਕਤੀ ਦੇ ਨਾਲ ਆਲੇ ਦੁਆਲੇ ਨੱਚਦੇ ਰਹਿੰਦੇ ਨੇ, ਔਰ ਲੰਮੇਰੇ ਸਮੇਂ ਤੱਕ ਨੱਚਦੇ ਰਹਿੰਦੇ ਨੇ। ਪਰ ਜਿਹੜੇ ਉੱਤੋਂ ਵੀ ਪਾਰ ਲੰਘ ਜਾਂਦੇ ਨੇ, ਫਿਰ ਸਾਡੇ ਵਿਗਿਆਨੀ ਕੀ ਕਹਿੰਦੇ ਨੇ, ਉਹਦੇ ਤੋਂ ਸਾਡਾ ਸੰਪਰਕ ਟੁੱਟ ਗਿਆ। ਹੱਥ ਖੜੇ ਕਰ ਦਿੰਦੇ ਨੇ, ਬਸ ਸਾਡਾ ਸੰਪਰਕ ਟੁੱਟ ਗਿਆ। ਪੁਰਾਣੇ ਬਜ਼ੁਰਗ ਕਹਿੰਦੇ ਸੀ ਉਤਲੀ ਹਵਾ 'ਚ ਚਲਾ ਗਿਆ। ਇਸੇ ਤਰ੍ਹਾਂ ਜਦੋਂ ਕਿਸੇ ਦੀ ਸੁਰਤ ਚੇਤਨਾ ਉੱਚੀ ਉੱਠਦੀ ਉੱਠਦੀ ਉੱਚੀ ਉੱਠ ਜਾਂਦੀ ਹੈ, ਇੱਕ ਮੁਕਾਮ ਹੁੰਦਾ ਜਦੋਂ ਆਲੇ ਦੁਆਲੇ ਭਟਕਦਾ ਘੁੰਮਦਾ ਰਹਿੰਦਾ। ਚੰਗਾ ਹੁੰਦਾ ਹੈ, ਸਤੋਗੁਣੀ ਹੁੰਦਾ ਹੈ, ਪਰ ਪਰਿਕਰਮਾ ਇਸੇ ਦੁਨੀਆ ਦੀ ਕਰਦਾ ਰਹਿੰਦਾ ਹੈ। ਅਤੇ ਜਦੋਂ ਉਹ ਇਹ ਤੋਂ ਹੀ ਪਾਰ ਟੱਪ ਜਾਂਦਾ ਹੈ ਅਤੇ ਫਿਰ ਦੁਨੀਆ ਤੋਂ ਸੰਬੰਧ ਤੋੜ ਬੈਠਦਾ ਹੈ। ਉਹਨੂੰ ਕਹਿੰਦੇ ਨੂੰ ਮੁਕਤ ਹੋ ਗਿਆ। ਹੁਣ ਉਹ ਕਿਸੇ ਦੀ ਪਰਿਕਰਮਾ ਨਹੀਂ ਕਰੇਗਾ। ਕੀ ਕਰੇਗਾ ਉਹਦਾ ਕਰਤਾ ਜਾਣੇ, ਉਹ ਜਾਣੇ, ਉਹਦਾ ਰੱਬ ਜਾਣੇ। ਹੁਣ ਉਹ ਕਿਸੇ ਦੇ ਮੁਤਾਜ ਨਹੀਂ, ਕਿਸੇ ਦੀ ਪਰਿਕਰਮਾ ਦਾ, ਕਿਸੇ ਦੇ ਬਲ ਦਾ, ਕਿਸੇ ਦੀ ਚੇਤਨਾ ਦਾ। ਅਸੀਂ ਕਹਿੰਦੇ ਸਮਾਂ ਆ ਗਿਆ, ਕਿਉਂਕਿ ਉਹ ਮੁੜਦਾ ਨਹੀਂ। ਫਿਰ ਇਸੇ ਤਰ੍ਹਾਂ ਜਿਹੜਾ ਚੀਜ਼ ਇਸ ਲੇਅਰ ਤੋਂ ਪਾਰ ਟੱਪ ਜਾਂਦੀ ਹੈ, ਉਹ ਵਾਪਸ ਮੁੜਦੀ ਨਹੀਂ ਹੈ। ਜਿਹੜਾ ਜੀ ਸਮਾ ਜਾਂਦਾ ਹੈ ਮੁੜਦਾ ਨਹੀਂ ਗਾ। ਬਹੁਰ ਹਮ ਕਾਹੇ ਆਵहेंगे। ਅਸਾਂ ਦਾ ਵੀ ਟਾਰਗੇਟ ਇਹ ਹੈ, ਮੁੜਨਾ ਅਸਾਂ ਕਾਹਨੂੰ ਹੈ। ਮੁੜੀਏ ਤੇ ਤਾਂ ਜੇ ਅਸਾਂ ਨੇ, ਤੇ ਮੁੜਾਂਗੇ ਤਾਂ ਜੇ ਅਸੀਂ ਉਸ ਪਾਰ ਨਹੀਂ ਪਾਰ ਜਾਵਾਂਗੇ। ਜਿਹੜੇ ਉਸ ਹੱਦੋਂ ਪਾਰ ਨਹੀਂ ਜਾ ਪਾਉਂਦੇ ਵਿਚਾਰੇ ਮੁੜਦੇ ਨੇ। ਸਮਾਂ ਕਿਤਨਾ ਲੱਗਦਾ ਕਈਆਂ ਨੂੰ
ਕੋਈ ਤੇ ਕੁਝ ਸਾਲਾਂ 'ਚ ਹੀ ਆ ਜਾਂਦੇ ਨੇ, ਤੇ ਜਿਹੜੇ ਉਤਲੇ ਪਰਿਕਰਮਾ ਵਾਲੇ ਮੁਕਾਮ 'ਤੇ ਹੁੰਦੇ ਨੇ, ਠੀਕ ਹੈ ਭਾਈ, ਉਹਨਾਂ ਨੂੰ ਲੰਬਾ ਸਮਾਂ ਲੱਗਦਾ ਹੈ, ਕਿਉਂਕਿ ਹੌਲੀ ਹੌਲੀ ਉਹਨਾਂ ਨੂੰ ਕੋਈ ਤਾਕਤਾਂ ਸਤੋਗੁਣੀ ਮਿਲ ਜਾਂਦੀਆਂ ਨੇ। ਫਿਰ ਉਹਨਾਂ ਦਾ ਜਨਮ ਆਤਲੋਕ ਤੇ ਸਮੇਂ ਬਾਅਦ ਹੁੰਦਾ। ਇਸੇ ਕਰਕੇ ਕਹਿੰਦੇ ਨੇ ਨਰਕ ਤੇ ਸਵਰਗ ਦਾ ਵੀ ਸਮਾਂ ਹੁੰਦਾ ਹੈ, ਭੋਗ ਕੇ ਫਿਰ ਮਾਤਲੋਕ ਤੇ ਆਉਣਾ ਪੈਂਦਾ। ਤੇ ਜਿਹੜੇ ਇਸ ਹੱਦੋਂ ਪਾਰ ਟੱਪ ਜਾਂਦੇ ਨੇ ਫਿਰ ਉਹ ਮੁੜ ਕੇ ਨਹੀਂ ਆਉਂਦੇ। ਅਸਾਂ ਮੁੜ ਕੇ ਨਹੀਂ ਆਉਣਾ, ਅਸਾਂ ਜਾਣਾ ਹੀ ਨਹੀਂ ਕਿਤੇ। ਬਸ ਮੁੜ ਕੇ ਨਾ ਆਉਣ ਦਾ ਗੁਰੂ ਨਾਨਕ ਦਾ ਰਹੱਸ ਜਿਹੜਾ ਹੈ, ਅਸਾਂ ਕਿਤੇ ਜਾਣਾ ਹੀ ਨਹੀਂ। ਇੱਕ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਪੜ੍ਹਿਆ ਨਾ, ਜਦੋਂ ਕਿਤੇ ਕਬਹੂ ਸਾਧ ਸੰਗਤ ਇਹ ਪਾਵੈ, ਉਸ ਸਥਾਨ ਤੇ ਬਾਹਰ ਨਾ ਆਵੈ। ਇੱਕ ਵਾਰ ਸਾਧ ਸੰਗਤ ਵਿੱਚ ਆਉਣਾ ਹੈ, ਮੁੜ ਕੇ ਜਾਣਾ ਨਹੀਂ। ਗੁਰੂਦੇਵ ਕਿਰਪਾ ਕਰਨ ਕਿ ਤੇਰਾ ਸਰਹਸ ਸਾਨੂੰ ਸਮਝ ਆ ਸਕਣ, ਔਰ ਇਸ ਨੂੰ ਜਾਣਨ ਵਾਸਤੇ ਸਾਡੇ ਵਾਸਤੇ ਗੁਰੂ ਕਿਰਪਾ ਕਰਦੇ ਨੇ। ਜੁਗਤ ਸਾਨੂੰ ਦਿੱਤੀ ਹੈ ਹਰ ਹਰ ਚਰਨ ਹਿਰਦੈ ਉਤਾਰੇ। ਅੱਜ ਦਾ ਸ਼੍ਰੀ ਮੁਖ ਵਾਕ ਸਿਮਰ ਸੁਆਮੀ ਸਤਿਗੁਰੇ ਆਪਣਾ ਕਾਰਜ ਸਫਲ ਹਮਾਰੇ। ਇਹ ਭਾਈ ਕਰਨਾ ਪੈਣਾ ਜੇ ਆਪਣੀ ਜ਼ਿੰਦਗੀ ਦੇ ਭਾਵੇਂ ਕਿਸੇ ਪੱਧਰ ਦੇ ਕਾਰਜਾਂ ਨੂੰ ਸਫਲ ਕਰਨਾ ਤੇ ਕਰਨਾ ਪੈਣਾ ਹਰ ਹਰ ਚਰਨ ਹਿਰਦੈ ਉਤਾਰੇ। ਹਰੀ ਚਰਨ ਦਾ ਭਾਵ ਹੈ ਗੁਰੂ ਕੇ ਸ਼ਬਦ, ਹਰੀ ਸ਼ਬਦ ਨੂੰ ਹਿਰਦੇ 'ਚ ਵਸਾਵਾਂਗੇ ਤੇ ਜ਼ਿੰਦਗੀ ਦੇ ਕਾਰਜ ਰਾਸ ਆਉਣਗੇ। ਉਹ ਭਾਵੇਂ ਪਰਿਵਾਰਿਕ ਹੋਵਣ, ਭਾਵੇਂ ਸਮਾਜਿਕ ਹੋਵਣ, ਭਾਵੇਂ ਅਧਿਆਤਮਿਕ ਹੋਣ, ਤੇ ਜ਼ਿੰਦਗੀ ਦਾ ਸਭ ਤੋਂ ਵੱਡਾ ਕਾਜ ਜਿਹੜਾ ਹੈ ਅਵਰ ਕਾਜ ਤੇਰੇ ਕਿਤੇ ਨਾ ਕਾਮ ਵਾਲਾ ਕੰਮ, ਉਹ ਵੀ ਸੰਵਰ ਜਾਏਗਾ ਜੇ ਅਸੀਂ ਹਰੀ ਸ਼ਬਦ ਗੁਰੂ ਕਾ ਸ਼ਬਦ ਸਾਡੇ ਹਿਰਦੇ 'ਚ ਵਸ ਜਾਏ। ਉਹਦੇ ਵਾਸਤੇ ਕੀ ਕਰੀਏ, ਕਿਸ ਤਰ੍ਹਾਂ ਕਰੀਏ, ਜੀਵਨ ਨੂੰ ਕਿਸ ਤਰ੍ਹਾਂ ਸਥਾਪਿਤ ਕਰੀਏ ਆਪਣੇ ਆਪ ਨੂੰ। ਮਹਾਰਾਜ ਫਿਰੇ 12 ਜੋ ਪੌੜੀਆਂ ਨੇ 12 ਮਹਾਂ ਦੀਆਂ, ਇਹਨਾਂ ਦੇ ਰਾਹੀਂ ਜੀਵਨ ਨੂੰ ਸਥਾਪਿਤ ਕਰਨ ਦੇ ਯੁਗਤਾ ਕੀਆਂ ਜਾਂਦੀਆਂ ਨੇ। ਅਲੱਗ-ਅਲੱਗ ਤਰੀਕੇ ਦੇ ਨਾਲ ਸਾਨੂੰ ਸਮਝਾਇਆ ਗਿਆ ਹੈ। ਸਧਾਰਨ ਜੀ ਆਮ ਤੌਰ 'ਤੇ ਕਹਿੰਦੇ ਨੇ, ਦੇਖੋ ਜੀ, ਇੱਕ ਮਹੀਨੇ ਦੇ ਵਿਚਾਰ ਨਹੀਂ ਭਾਈ, ਇੱਕ ਮਹੀਨੇ ਦੀ ਨਹੀਂ, ਇੱਕ ਜੀਵਨ ਦੀ ਵਿਚਾਰ, ਜੀਵਨ ਭਰ। ਜਿਵੇਂ ਬੜੀ ਪਿਆਰੀ ਤੁਕ ਅੱਜ, ਹਰ ਜੇਠ ਜੁੜਨ ਦਾ ਲੋੜੀਐ। ਆਖਰੀ ਹੱਥ ਸਾਡੇ ਬਹੁਤੇ ਟੀਕਾਕਾਰ ਅਸੀਂ ਕਰੀ ਜਾਂਦੇ ਹਾਂ, ਭਾਈ ਜੇਠ ਦੇ ਮਹੀਨੇ ਵਿੱਚ ਵਾਹਿਗੁਰੂ ਜੀ ਦੇ ਨਾਲ ਜੁੜਨਾ ਚਾਹੀਦਾ ਹੈ। ਤੇ ਭਾਈ ਕੱਲ੍ਹ ਜੋ ਵਿਸਾਖ ਦਾ ਮਹੀਨਾ ਸੀ, ਕੱਲ੍ਹ ਤੋਂ ਜੁੜਨ ਦੀ ਲੋੜ ਹੀ ਨਹੀਂ ਸੀ ਫਿਰ। ਤੇ 30 ਦਿਨ ਬਾਅਦ ਹਾੜ ਦਾ ਮਹੀਨਾ ਆ ਜਾਣਾ ਹੈ, ਫਿਰ ਛੁੱਟੀ ਆਪਣੀ ਕੇਵਲ 30 ਕੁ ਦਿਨ ਬਸ। ਜੇ ਰੱਬ ਨਾਲ ਜੁੜਨਾ ਚਾਹੀਦਾ ਪਰ ਨਹੀਂ ਭਾਈ, ਇੱਥੇ ਜੇਠ ਦਾ ਅਰਥ ਜੀਵਨ ਕਰਕੇ ਦੇਖਣਾ, ਵਿਚਾਰਾਂ ਦਾ ਪੱਧਰ ਹੀ ਬਦਲ ਜਾਏਗਾ। ਹਰ ਜੇਠ ਜੁੜਨ ਦਾ ਲੋੜੀ ਹੈ। ਜੀਵਨ ਦੇ ਵਿੱਚ ਪ੍ਰਮਾਤਮਾ ਨਾਲ ਜੁੜਨਾ ਚਾਹੀਦਾ। ਜੀਵਨ ਇੱਕ ਵਾਰੀ ਮਿਲਿਆ ਨਾ ਬਸ, ਤੇ ਇੱਕ ਵਾਰੀ ਮਿਲਿਆ ਤੇ ਇਸ ਜੀਵਨ ਦੇ ਮੁੱਕਦਿਆਂ ਪ੍ਰਮਾਤਮਾ ਨਾਲ ਜੁੜ ਜਾਓ ਬਸ। ਮਹਾਰਾਜ ਜੀ ਕਹਿੰਦੇ ਵੀ ਅੱਜ, ਹਾਂ ਅੱਜ, ਕਿਉਂਕਿ ਜੀਵਨ ਅੱਜ ਹੀ ਹੈ, ਕੱਲ੍ਹ ਤੇ ਕਦੇ ਆਇਆ ਹੀ ਨਹੀਂ, ਤੇ ਪਿਛਲਾ ਕੱਲ੍ਹ ਕਦੇ ਮੁੜਿਆ ਨਹੀਂ। ਇਸੇ ਕਰਕੇ ਸਾਡੇ ਸਿਆਣਿਆਂ ਨੇ ਸ਼ਬਦ ਹੀ ਬੀਤ ਗਏ ਦਾ ਤੇ ਆਉਣ ਵਾਲੇ ਦਾ ਇੱਕੋ ਹੀ ਦੇ ਦਿੱਤਾ। ਭਾਸ਼ਾ ਵਿਗਿਆਨੀਆਂ ਨੇ ਜਦੋਂ ਸ਼ਬਦ ਘਾੜਤ ਘੜੇ ਨੇ, ਬੀਤ ਗਿਆ ਵੀ ਉਹੀ ਹੈ ਤੇ ਆਉਣ ਵਾਲਾ ਵੀ ਉਹੀ ਹੈ, ਕਿਉਂਕਿ ਨਾ ਕਦੇ ਬੀਤ ਗਿਆ ਮੁੜਿਆ ਤੇ ਨਾ ਆਉਣ ਵਾਲਾ ਕਦੇ ਆਇਆ ਹੈ। ਇਸੇ ਕਰਕੇ ਉਹ ਕੱਲ੍ਹ ਹੈ। ਸਾਡੇ ਕੋਲ ਕੀ ਹੈ? ਅੱਜ ਹੀ ਜੀਵਨ ਹੈ, ਅੱਜ ਹੀ ਸਾਡੇ ਕੋਲ ਜੋ ਕੁਝ ਹੈ। ਅੱਜ ਮਿਲਾਵਾ ਸ਼ੇਖ ਫਰੀਦ, ਅੱਜ ਹੀ। ਹੁਣ ਅੱਜ ਕਿੰਨਾ ਵੱਡਾ ਮੰਨਦੇ ਹਾਂ, ਸਾਡਾ ਆਪੋ ਆਪਣਾ। ਸਾਡਾ ਅੱਜ ਕਿੰਨਾ ਵੱਡਾ, ਲੋਕ 12 ਘੰਟੇ ਕਹਿੰਦੇ ਨੇ, ਠੀਕ ਹੈ, ਲੋਕਾਂ ਦੀ ਆਪਣੀ ਆਪਣੀ ਫਿਤਰਤ ਹੈ। ਕੁਝ ਹੋਰ ਘੱਟ। ਗੁਰੂ ਨਾਨਕ ਸਾਹਿਬ ਦੀ ਸਾਖੀ 'ਚ ਸੁਣਿਆ ਨਾ, ਸਤਿਗੁਰ ਕਹਿਣ ਲੱਗੇ ਜੀਵਨ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ? ਕਹਿਣ ਲੱਗੇ ਜੀ ਅੱਜ ਕਿੰਨਾ ਵੱਡਾ ਹੈ। ਅੱਜ ਕਹਿਣ ਲੱਗੇ ਸੂਰਜ ਚੜ੍ਹ ਗਿਆ, ਸ਼ਾਮ ਤੱਕ ਤਾਂ ਛਿਪਿਆ ਦੇਖਾਂਗੇ ਕਿ ਨਹੀਂ, ਪਤਾ ਨਹੀਂ। ਦੂਜਾ ਕਹਿਣ ਲੱਗਾ ਮਹਾਰਾਜ ਹੁਣ ਸੂਰਜ ਚੜ੍ਹਨ ਨੂੰ ਪਹਿਰ ਪਾਰ ਹੋ ਗਿਆ, ਦੁਪਹਿਰ ਤੱਕ ਲੋਢਾ ਵੇਲਾ ਦੇਖਾਂਗੇ ਕਿ ਨਹੀਂ, ਪਤਾ ਨਹੀਂ। ਹੌਲੀ ਹੌਲੀ ਗੱਲ ਘਟਦਿਆਂ 4 ਪਹਿਰ ਤੋਂ 3 ਪਹਿਰ ਤੇ, 3 ਪਹਿਰ ਤੋਂ 2 ਪਹਿਰ ਤੇ, 1 ਪਹਿਰ ਤੇ ਆ ਗਈ। ਮਹਾਰਾਜ ਆਹ ਘੜੀ ਜੀ ਰਹੇ, ਪਤਾ ਨਹੀਂ ਅਗਲੀ ਘੜੀ। ਗੱਲ ਮੁੱਕਦੇ ਫਿਰ ਸਿਆਣੇ ਸਨ, ਕਹਿ ਲਗੇ ਮਹਾਰਾਜ ਤੇ ਸਾਡੇ ਮਨੁੱਖਾਂ ਦੇ ਸਧਾਰਨ ਜੀਆਂ ਦੇ ਵਿਚਾਰ ਨੇ, ਆਪ ਕਿਸ ਨਜ਼ਰੀਏ ਨਾਲ ਸਾਨੂੰ ਦੱਸਣਾ ਚਾਹੁੰਦੇ ਹੋ? ਕਿਉਂਕਿ ਆਪ ਇੱਕ ਬੇਨਤੀ ਕਰਾਂ, ਇਹ ਕਹਿਣਾ ਕਿ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਇਹ ਬੇਈਮਾਨੀ ਆ। ਸਾਨੂੰ ਕੀ ਦੱਸਣਾ ਚਾਹੁੰਦੇ ਹੋ, ਅਸੀਂ ਕਿੱਦਾਂ ਦੇਖੀਏ, ਸਾਡੇ ਵਾਸਤੇ ਕੀ ਆਦਰਸ਼ਕ ਮਾਰਗਦਰਸ਼ਨ ਹੈ,
ਸਾਡੇ ਵਾਸਤੇ ਆਪਨੇ ਕੀ ਪੈਮਾਨਾ ਨਿਰਧਾਰਿਤ ਕੀਤਾ, ਕਿਵੇਂ ਦੇਖੀਏ ਸੰਸਾਰ ਨੂੰ, ਜੀਵਨ ਨੂੰ ਕਿਵੇਂ ਦੇਖੀ। ਮਹਾਰਾਜ ਕਹਿਣ ਲੱਗੇ ਕੀ ਮੰਨਦੇ ਆਪਣੇ ਆਪ ਨੂੰ, ਤੇ ਅਸੀਂ ਕਹਾਂਗੇ ਕਿ ਆਦਮੀ ਆ। ਸਾਡੇ 'ਚੋਂ ਹਰ ਕੋਈ ਕੀ ਅਸੀਂ ਕਿ ਬੰਦਾ ਕੰਮ ਕਰ ਲੈਂਦਾ ਜੀ, ਬੰਦਾ ਕੰਮ ਕਰ ਲੈਂਦਾ। ਪੁਰਾਣਾ ਸ਼ਬਦ ਆਦਮੀ, ਹਾਂਜੀ ਆਦਮੀ ਆ। ਅੱਛਾ, ਜੇ ਆਦਮੀ ਹੋ ਤੇ ਆਦਮੀ ਦਾ ਅਰਥ ਕਰ ਲਓ ਆ ਜਮਾ ਦਮੀ। ਜੇ ਦਮ ਆ ਗਿਆ ਤੇ ਤੁਸੀਂ ਆਦਮੀ ਹੋ, ਜੇ ਦਮ ਨਾ ਆਇਆ ਤੇ ਫਿਰ ਕੀ ਰਹਿ ਜਾਓਗੇ, ਕੇਵਲ ਮਿੱਟੀ ਦੀ ਢੇਰੀ। ਆ ਹਿੰਦੀ 'ਚ ਇੱਕ ਸ਼ਬਦ ਲਿਖਦੇ ਨੇ, ਕਦੇ ਲਿਖ ਕੇ ਦੇਖਣਾ, ਗੁਰਬਾਣੀ 'ਚ ਦਾ ਜ਼ਿਕਰ ਹੈ। ਉਹ ਸ਼ਬਦ ਕਈ ਵਾਰ ਵਰਤੇਗਾ, ਸ਼ਿਵ। ਆਨੰਦ ਸਾਹਿਬ 'ਚ ਸ਼ਿਵ ਸ਼ਕਤ ਕਿਹਾ ਜਾਂਦਾ, ਸ਼ਿਵ ਸ਼ਿਵ ਲਿਖਿਆ ਹੁੰਦਾ ਹੈ। ਅਤੇ ਸ਼ਿਵ ਦੀ ਸਿਹਾਰੀ ਮਾਤਰਾ ਉਤਾਰ ਦਿਓ, ਕੀ ਬਚਦਾ ਹੈ, ਸ਼ਵ। ਸ਼ਵ ਹੁੰਦਾ ਮੁਰਦਾ। ਜੇ ਕਰਤਾ ਆਪਣੀ ਛਾਂ ਆਪਣਾ ਹੱਥ ਕੱਢ ਲਵੇ ਤੇ ਮੁਰਦਾ ਜੇ, ਬਸ ਇੰਨਾ ਹੀ ਕੰਮ ਸਾਡਾ। ਜੇ ਦਮ ਆ ਗਿਆ ਤੇ ਆਦਮੀ ਆ, ਤੇ ਦਮ ਉਦੋਂ ਤੱਕ ਆਏਗਾ ਜਦੋਂ ਤੱਕ ਉਹਦੀ ਰਹਿਮਤ ਰਹੇਗੀ। ਸ਼ਿਵ ਸਿਹਾਰੀ ਨਾ ਬਣਦਾ ਨਾ, ਜਦ ਤੱਕ ਉਹਦੇ ਹੱਥ ਦੀ ਛਾਂ ਰਹੇਗੀ ਤੁਸੀਂ ਸ਼ਿਵ ਰਹੋਗੇ। ਕਲਿਆਣ ਹੋ ਸਕਦਾ ਤੁਹਾਡੇ ਅੰਦਰ ਕਲਿਆਣਕਾਰੀ ਤੱਤ ਵਰਤੇਗਾ। ਅਤੇ ਜਦੋਂ ਉਹ ਆਪਣਾ ਹੱਥ ਚੁੱਕ ਲਏਗਾ ਕੇਵਲ ਸ਼ਵ ਰਹਿ ਜਾਓਗੇ। ਅਤੇ ਸ਼ਵ ਮੁਰਦੇ ਨੂੰ ਕਹਿੰਦੇ ਨੇ, ਕੇਵਲ ਮੁਰਦਾ ਸਰੀਰ ਪਿਆ ਰਹਿ ਜਾਏਗਾ। ਜਪਨੀ ਜੋਤ ਖਿੰਚੈ ਤੂੰ ਸੁਆਮੀ, ਦਾ ਆਪਣੀ ਜੋਤ ਕੱਢ ਲੈਂਦੇ ਨੇ ਫਿਰ ਬਾਕੀ ਕੁਝ। ਇਸ ਕਰਕੇ ਸਾਡਾ ਅੱਜ ਜਿਹੜਾ ਹੈ ਇੱਕ ਦਮ ਦਾ ਹੈ। ਹਮ ਆਦਮੀ ਹਾਂ ਇੱਕ ਦਮੇ, ਮੋਹਲਤ ਮੋਹਤ ਨਾ ਜਾਣਾ। ਇਹ ਸਾਡਾ ਅੱਜ ਇੰਨਾ ਕੁ ਛੋਟਾ। ਇਸੇ ਕਰਕੇ ਬੜਾ ਪਿਆਰਾ ਬਚਨ ਜੋ ਬਿਹਾਗੜਾ 'ਚ ਆਪਾਂ ਪੜ੍ਹਿਆ, ਹਰ ਜਪਦਿਆਂ ਖਿਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮਤ ਕੀ ਜਾਪੈ ਸਾਹ ਆਵੈ ਕਿ ਨਾ ਆਵੈ। ਇਹ ਦਮ ਆਇਆ ਕਿ ਨਾ ਆਇਆ, ਦਮ ਭਰਦੇ ਸਾਂ ਲਿਆ ਤੇ ਖਾਰਜ ਤੇ ਹੋ ਹੀ ਜਾਣਾ। ਤੇ ਜੇ ਮੁੜ ਕੇ ਨਾ ਆਇਆ ਤੇ ਯੋਗ ਮੱਤ ਵਾਲੇ ਕਿ ਜਿਹੜੇ ਗਿਆਨੀ ਨੇ ਯੋਗ ਮੱਤ ਦੇ, ਉਹ ਕਹਿੰਦੇ ਜਦੋਂ ਦਮ ਖਾਰਜ ਕਰ ਦੇਣ, ਸਾਹ ਛੱਡਦੇ ਹੋ ਤੇ ਤੁਹਾਡੇ ਪ੍ਰਾਣ ਵੀ ਤੁਹਾਡੇ ਤੋਂ ਬਾਹਰ ਨਿਕਲ ਜਾਂਦੇ ਨੇ। ਕਿਸੇ ਕਾਰਨ ਤੁਹਾਡਾ ਦਮ ਉੱਥੇ ਘੁੱਟ ਜੇ, ਗਲਾ ਘੁੱਟ ਜੇ, ਸਾਹ ਅੰਦਰ ਨਾ ਆ ਸਕੇ ਤੇ ਪ੍ਰਾਣ ਵੀ ਬਾਹਰ ਰਹਿ ਜਾਣੇ। ਤੁਸੀਂ ਕੁਛ ਨਹੀਂ ਪੁੱਛ, ਸਿਰਫ ਘੜੀ ਕੁ ਛਟਪਟਾਓਗੇ, ਉਸ ਤੋਂ ਬਾਅਦ ਕੁਛ ਵੀ ਤੁਹਾਡੇ ਪੱਲੇ ਨਹੀਂ ਹੋਣਾ। ਮਹਾਰਾਜ ਕਹਿਣ ਲੱਗੇ ਫਿਰ ਤੇਰੇ ਕੋਲ ਜਿਹੜਾ ਅੱਜ ਹੈ ਨਾ, ਵਰਤਮਾਨ ਜੀਵਨ ਹੈ ਨਾ, ਇਹਦੇ ਵਿੱਚ ਰੱਬ ਨਾਲ ਜੁੜ ਜਾ। ਜੇਠ ਦਾ ਮਤਲਬ ਕਰਨਾ ਜੀਵਨ, ਅੱਜ ਰੱਬ ਨਾਲ ਜੁੜ ਜਾ, ਕਿਉਂਕਿ ਕੱਲ੍ਹ ਤੇ ਆਇਆ ਨਹੀਂ ਤੇ ਕੱਲ੍ਹ ਆਉਣਾ ਨਹੀਂ। ਅੱਜ ਤੂੰ ਰੱਬ ਨਾਲ ਜੁੜ ਜਾ। ਬਾਬਾ ਕਿੱਦਾਂ ਜੁੜਾਂ? ਬਾਬਾ ਫਰੀਦ ਸਾਹਿਬ ਨੇ ਬੜੀ ਪਿਆਰੀ ਜੁਗ ਦੱਸਦੀ ਵੀ ਮਿੰਟੋ ਮਿੰਟੀ ਕੰਮ ਹੋ ਜਾਣਾ ਤੇਰਾ। ਆਜ ਮਿਲਾਵਾ ਸ਼ੇਖ ਫਰੀਦ, ਬਸ ਇੱਕ ਕੰਮ ਕਰ ਲੈ, ਟਾਕਮ ਕੁੰਜੜੀਆਂ। ਮਨ ਦੀਆਂ ਜੋ ਕੂੰਜਾਂ ਨੇ, ਮਨ ਦੀਆਂ ਜੋ ਤਰੰਗਾਂ ਨੇ, ਅੱਜ ਸਰੀਰ ਤੇ ਇੰਦਰੀਆਂ ਦੇ ਦੁਆਰਾ ਪ੍ਰਗਟ ਹੁੰਦੀਆਂ ਨੇ, ਇਹਨਾਂ ਨੂੰ ਬ੍ਰੇਕ ਲਾ ਲੈ। ਪਰ ਸਾਡੀ ਉਮਰਾਂ ਲੰਘ ਗਈਆਂ, ਸਦੀਆਂ ਗੁਜ਼ਰ ਗਈਆਂ ਮਨੁੱਖੀ ਇਤਿਹਾਸ ਦੀਆਂ, ਇਹਨਾਂ ਕੂੰਜਾਂ 'ਤੇ ਕੰਟਰੋਲ ਨਹੀਂ ਮਨੁੱਖ ਕਰ ਪਾਇਆ। ਸਾਹਿਤ ਪੜ੍ਹਦੇ ਹਾਂ, ਵੱਡੀਆਂ ਵੱਡੀਆਂ ਉਮਰਾਂ ਗੁਜ਼ਰ ਗਈਆਂ ਲੋਕਾਂ ਦੀਆਂ, ਪਰ ਟਾਕਮ ਨਹੀਂ ਹੋ ਪਾਇਆ। ਮਨੁੱਖੀ ਮਨ ਦੀਆਂ ਤਰੰਗਾਂ 'ਤੇ ਮਨ ਦੀਆਂ ਸਾਰੀਆਂ ਤਰੰਗਾਂ ਇਹਨਾਂ ਸਰੀਰ ਦੀਆਂ ਇੰਦਰੀਆਂ ਦੇ ਥਰੂ ਪ੍ਰਗਟ ਹੁੰਦੀਆਂ ਨੇ। ਜਿਵੇਂ ਲਾਈਟ ਬਲਬ ਦੇ ਥਰੂ ਪ੍ਰਗਟ ਹੁੰਦੀ ਹੈ, ਮਨ ਦੀਆਂ ਤਰੰਗਾਂ ਸਰੀਰ ਦੀਆਂ 10 ਇੰਦਰੀਆਂ ਦੇ ਦੁਆਰਾ ਪ੍ਰਗਟ ਹੁੰਦੀਆਂ ਨੇ। ਸਾਡੇ ਤੋਂ ਕਾਬੂ ਨਹੀਂ ਹੋਇਆ। ਕੀ ਸਾਡੀਆਂ ਅੱਖਾਂ 'ਤੇ ਕਾਬੂ ਹੈ? ਵੱਡੇ ਤੋਂ ਵੱਡੇ ਗਿਆਨੀ ਨੂੰ ਪੁੱਛ ਲਈ, ਹੈ ਕਾਬੂ? ਤੇ ਕਹੇਗਾ ਨਾ ਭਾਈ। ਕੀ ਜ਼ੁਬਾਨ 'ਤੇ ਕਾਬੂ ਹੈ? ਅਵੈ ਤਵਾ ਬੋਲਦੇ ਨਾ, ਜਦੋਂ ਜਰਾ ਕੁ ਗੁੱਸਾ ਆ ਜਾਏ ਤੇ ਸਾਡਾ ਸੈਲਫ ਕੰਟਰੋਲ ਪਤਾ ਹੀ ਨਹੀਂ ਕਿੱਥੇ ਹੁੰਦਾ ਹੈ। ਫਿਰ ਬਾਅਦ 'ਚ ਸੌਰੀ ਲੱਖ ਵਾਰੀ ਬੋਲੀਏ, ਪਰ ਮੂੰਹ ਬੋਲਿਆ ਗਿਆ ਤੇ ਬੋਲਿਆ ਗਿਆ, ਨਹੀਂ ਕੰਟਰੋਲ ਸਾਡਾ। ਮਹਾਰਾਜ ਕਹਿਣ ਲੱਗੇ ਬਸ ਇਹੀ ਕਰਨਾ ਹੈ ਜੀਵਨ ਦੇ ਵਿੱਚ। ਇੰਨਾ ਕੰਮ ਕਹਾ, ਜੇਠ ਜੁੜਨ ਦਾ ਲੋੜੀਏ, ਕਿਸ ਅੱਗੇ ਲੋੜੀਏ, ਕਿਸ ਨਾਲ ਜੁੜੀਏ, ਰੱਬ ਦਾ ਕਿਹੜਾ ਸਰੂਪ ਰੱਖੀਏ ਆਪਣੇ ਅੱਗੇ। ਕਿਉਂਕਿ ਰੱਬ ਦੇ ਬੜੇ ਸਰੂਪ ਲੈ ਕੇ ਲੋਕਾਂ ਨੇ, ਕਿਸੇ ਨੇ ਕਿਸੇ ਢੰਗ ਦਾ, ਕਿਸੇ ਨੇ। ਮਹਾਰਾਜ ਕਹਿਣ ਲੱਗੇ ਤੂੰ ਰੂਪਾਂ ਦੀ ਵਿਆਖਿਆ ਛੱਡ, ਉਹਦੇ ਨਾਲ ਜੁੜ ਜਾ ਜਿਸ ਅੱਗੇ ਸਭ ਨਿਵੰਨ। ਜਿਹਦੇ ਹੁਕਮ 'ਚ ਸਾਰੀ ਦੁਨੀਆ ਝੁਕਦੀ, ਤੂੰ ਉਹਦੇ ਅੱਗੇ ਤੂੰ ਵੀ ਝੁਕ ਜਾ। ਬਸ ਇਹਨਾਂ ਕੋ ਕੰਮ ਕਰ ਲੈ। ਦੁਨੀਆ ਦੀਆਂ ਗਿਆਨ ਸ਼ਾਸਤਰ ਫਿਲਾਸਫੀ ਪੜ੍ਹਨ ਦੀ ਬਜਾਏ ਤੂੰ ਜਿਹਦੇ ਅੱਗੇ ਸਾਰੀ ਕਾਇਨਾਤ ਝੁਕ ਰਹੀ ਹੋਵੇ, ਤੂੰ ਉਹਦੇ ਅੱਗੇ ਝੁਕ ਜਾ। ਆ ਕਦੇ ਸਵੇਰੇ ਸਿਰ ਦੇਖਣਾ, ਸਾਰੀਆਂ ਕਲੀਆਂ ਝੁਕੀਆਂ ਹੁੰਦੀਆਂ ਚੜ੍ਹਦੇ ਨੂੰ। ਆ ਸੂਰਜਮੁਖੀ ਸ਼ਾਮੀ ਲਈ ਤੈਨੂੰ ਝੁਕਿਆ ਹੁੰਦਾ, ਝੁਕ ਜਾ, ਤੈਨੂੰ ਕੀ ਫਰਕ ਪੈਂਦਾ?
रब दी कला है, रब दे अगे झुक जा। जिधर भी कुदरत झुक रही है तो झुक जा, जिस ते कि सारी दुनिया झुक रही तो झुक जा। परमात्मा की बंदगी कर दी तो भी कर ले। जिस अगे सब निवन, फिर की होएगा? अगर असी झुक के उहदे चरणों च जुड़ गए फिर की होएगा? क्योंकि हर सज्जन दावण लगिया किसे न देई बन। दावण का शब्द है दामन, पुराना शब्द दामन, पल्ला। झुक के जुड़ गए तो जुड़ांगे कित्थे? पल्ले। पुराना शब्द है ना, पल्ले तैंडे ला गए। असीं अज भी ये अपने परिवारक विवाहां दे समागमां ते इस शब्द नूं पढ़दे हुंदे आ। उस्तत निंदा नानक जी, मैं हब वंझाई छोड़िया, हब किस त्यागी, हबे साग कुड़ावे डिठे, ताओ पल्ले तैंडे लागी। इस श्लोक नूं, इस शब्द नूं किते आपां इत्थे अरदास करदे पढ़ सकीए। महाराज सारी कायनात तुहाडे चरणां 'च झुक रही है, हर जी तुहाडे हुक्म 'च है, ते किरपा करो ना मैनू अपने पल्ले ला लो। लाओ अपने चरणी, मैनू अपने चरणी ला लो। तो जिन्हें किरपा करके जोड़ लिया, अपने पल्ले ला लिया, अपने पल्ले नाल जोड़ लिया, तो फिर की होएगा? एक बार उहदे पल्ले लगण दी गल है, एक बार उहदे नाल जुड़न दी गल है, फिर किसे ना देई बन। फिर तेनू कोई बन के नहीं लिजा सकता, वो नहीं जान देगा किसी तरह, क्योंकि बन के सानू कौन लैके जाता है? सिर्फ जम ही है जो बन के ले जाता जी। और मैं नहीं कहता, महाराज ने बहुत थां ते लिख लिख दिता है, भाई ये जम आएगा एक दिन तेन बन के ले जाएगा। जिंद ने माणी कड्डी है हड्डां को कड़काए, हड्डां नूं कड़का के बन के ले जाएगा। गल फंदा पलग गल संगल घत चलाया, होर बनना की वखरा रह गया, बन के ले जाएगा। तो जे सज्जन दे दामन नाल जुड़िया होया तो फिर जम तेनू बन नहीं सकेगा, ना बन सकेगा, क्योंकि तू सज्जन दा है, साजन दा है, तो होर किसी ने हिम्मत ही नहीं तेरे वेख सके, तेरा निगाह भर के नहीं को देख सकेगा, कोई तेरे नेड़े नहीं आएगा, क्योंकि सतगुर की संगत विच जम नेड़े नहीं आउंदा। जम नेड़ ना आवे। इत्थों तक सानू दस्से जिहड़े जुड़े हुए ने वो ये गाउण दा हक रखते ने। प्रताप तुम्हारा देख कै जमदूत छड़ जाहे। जिहड़े साजन दे दामन नाल जुड़े हुए ने वो तां इन्ने तकड़े हो जाते ने कि तकड़े हो के मौज ना पता कदा कदे की कहंदे ने, बज्र कोटा कुठार मोह है छीना। जिहड़ा वड्डा घोड़ा लैके जमदूत मैनू मारना है, मैं घोड़ा ही खो लिया उहदा। तेरे साथ दामन दे नाल जुड़न करके नहीं ताकत मिल गई। बज्र कुठार मोह है छीना, कर मिन्नत पग लावो। मिन्नतां करन ते लाता उहनूं। जिहड़ा सारी दुनिया दी मिन्नतां करांदा जम भगतां दी मिन्नतां करदा है, भगतां दे अगे हत्थ जोड़दा है। कहन लगे किसे न देई बन। अच्छा चलो ये तो एक गल क्लीयर हो गई कि ਉਹਦੇ नाल जुड़ के हुण मरण का जाण का डर मुक गया, झमेला मुक गया। किते जाना नहीं, कोई सानू लिजा नहीं सकता। नरक सुरग का मौत का जमन मरण का झमेला मुक गया। पर सानू मिलेगा कि क्योंकि संसार ते किसी ने भी जुड़दे हैं तो कुछ तो मिलता है, तां ही जुड़ीदा ना। दुनियावी तौर पर सानू इत्थों कुछ मिलता है, तां इत्थे उन्हें ज्ञान मिलता है, भगती प्रेम मिलता है, साड़ी सुखना पूरियां होंदियां ने, साड़ियां अरदासां पूरियां होंदियां ने, तां आईदा है ना। तो जे किसी ने उत्थे बाहर दस दे ना भाई तेरी कोई अरदास पूरी नहीं होनी, तेरी कोई सुखना पूरी नहीं, कोई शांति शूंति नहीं मिलनी इत्थे, फिर किसे नहीं आना। सानू मिलेगा कि कहन लगे ਉਹਦੇ दाम नाल जुड़ते सी, ਉਹਦੇ नाम नाल जुड़ते सी, तैनू माणक मोती नाम, तैनू माणक मोती मिलणगे, तैनू खजाना मिल जाएगा, तैनू उसका खजाना मिल जाएगा जिस खजाने का वो खुद मालिक है। दार्शनिक लोग इस गल नूं परिवारक तरीके दे नाल समझाउंदे हुंदे ने कि जदों साडे परिवारक विवाह हुंदे ने ते जदों कोई इस्त्री अपना पेका घर छड्ड के अपने पति के दामन नूं लग के सौहरे घर आ जाती है, तैनूं की मिलता है? पति का जो कुछ है सब कुछ उन्हें मिल जाता है। जो कुछ भी पति का है सब कुछ उसका पूरा हक हो जाता है। इसी तरह कोई करता पुरख पति के नाल जुड़ गए, जो खजाना उहदा है साडा सारा हक हो जाएगा।
ਅਸੀਂ ਉਹਦੇ ਉਜਾਈ ਬਸ ਉਹਦੇ ਹੋ ਜਾਣ ਦੀ ਦੇਰ। ਕਹਿਣ ਲੱਗੇ ਮਿਲੇਗਾ ਮੱਤ ਵਿੱਚ ਰਤਨ ਜਵਾਹਰ ਮਾਣਕ ਹੋਣਗੇ, ਪੜ੍ਹਦੇ ਹੋ। ਕਿਉਂਕਿ ਇਹਦੇ ਨਾਲ ਜੁੜਨ ਵਾਸਤੇ ਇਸ ਨੂੰ ਚੇਤਨਾ ਕਰਕੇ ਜੁੜਨਾ ਹੈ, ਚਿੱਤ ਕਰਕੇ ਜੁੜਨਾ ਹੈ, ਅਤੇ ਚਿੱਤ ਵਿੱਚ ਮੱਤ ਹੈ। ਫਿਰ ਮੱਤ ਵਿੱਚ ਪਦਾਰਥ ਹੋਣਗੇ ਨਾ। ਕਹਿਣ ਲੱਗੇ ਮਾਣਕ ਮੋਤੀ ਨਾਮ, ਕਿਹਦਾ ਨਾਮ ਹੈ? ਪ੍ਰਭੂ ਜੀ ਦਾ। ਮਾਣਕ ਮੋਤੀ ਨਾਮ ਪ੍ਰਭ। ਫਿਰ ਤੈਨੂੰ ਖਜ਼ਾਨਾ ਮਿਲ ਜਾਏਗਾ, ਔਰ ਇਸ ਖਜ਼ਾਨੇ ਦੇ ਪ੍ਰਤੀ ਇੱਕ ਨਿਸ਼ਚਿੰਤਤਾ, ਇਸ ਖਜ਼ਾਨੇ ਦੇ ਪ੍ਰਤੀ ਫਿਰ ਇੱਕ ਆਨੰਦ ਹੈ। ਉਨ ਲੱਗੈ ਨਾ ਹੀ ਸੰਨ। ਦੁਨੀਆ ਦੇ ਖਜ਼ਾਨਿਆਂ ਨੂੰ ਤਾਂ ਫਿਰ ਵੀ ਚੋਰ ਦਾ ਡਰ ਜੇ, ਸੰਨ ਲੱਗ ਜਾਏਗੀ, ਕੋਈ ਭਾਈਵਾਲ ਆ ਜਾਏਗਾ, ਪਰ ਕਰਤਾ ਪੁਰਖ ਦੇ ਮਾਣਕ ਮੋਤੀ ਜੋ ਨਾਮ ਹੈ, ਇਹਨੂੰ ਸੰਨ ਹੀ ਕੋ ਚੱਕਾ ਨੇੜਨੇ ਆਵੀ ਜਮ ਜਾਗਾਤੀ ਡੰਡ ਨਾ ਲਗਾਈ। ਦੂਸਰਾ ਸਾਕਤੀ ਪਾਪ ਕਰਕੇ ਵਿਖਿਆ ਤਨ ਸੰਚਿਆ, ਇੱਕ ਵੇਖ ਤਿੰਨਾਂ ਦੇ ਨਾਲ ਨਹੀਂ ਜਾਂਦਾ। ਅਤੇ ਇਹਦੇ ਨਾਲ ਸੰਨ ਨਹੀਂ, ਚੱਕਾ ਨਹੀਂ, ਅਗਨੀ ਦਾ, ਪਾਣੀ ਦਾ, ਤਸਕਰੀ, ਕੋਈ ਡਰ ਹੀ ਨਹੀਂ। ਕਹਿਣ ਲੱਗੇ ਉਹਨੂੰ ਲੱਗੇ ਨਾ ਹੀ ਸੰਨ। ਜਦੋਂ ਇੱਕ ਦੂਜੀ ਗੱਲ ਕਲੀਅਰ ਹੋ ਗਈ ਕਿ ਆਪਾਂ ਅਮੀਰ ਹੋ ਗਏ, ਮਾਣਕ ਮੋਤੀ ਮਿਲ ਗਿਆ, ਰੱਖਣਾ ਦੁਨਿਆਵੀ ਅਮੀਰੀ ਨਹੀਂ ਹੈ, ਇਹ ਵਿਚਾਰਕ ਆਨੰਦ ਦੀ ਅਮੀਰੀ ਹੈ, ਪ੍ਰਭੂ ਦੇ ਨਾਮ ਦੀ ਅਮੀਰੀ ਹੈ। ਚੇਤਨਾ ਅਮੀਰ ਹੋ ਗਈ, ਫਿਰ ਕੀ ਹੋਏਗਾ? ਅਤੇ ਅਮੀਰ ਵਿਅਕਤੀ ਨੂੰ ਹੱਕ ਹੈ, ਉਹ ਰੰਗ ਤਮਾਸ਼ੇ ਦੁਨੀਆ ਦੇ ਦੇਖ ਸਕਦਾ ਹੈ। ਗਰੀਬ ਬੰਦਾ ਕਿੱਥੇ ਰੰਗ ਤਮਾਸ਼ੇ ਮਾਣਦਾ ਹੈ? ਉਹਨੂੰ ਰੋਜ਼ੀ ਰੋਟੀ ਦੀ ਚਿੰਤਾ ਹੈ। ਅਮੀਰ ਬੰਦਾ ਹੈ ਜੋ ਰੰਗ ਤਮਾਸ਼ੇ ਮਾਣਦਾ ਹੈ ਦੁਨੀਆ ਦੇ ਜਿੱਥੇ ਮਰਜ਼ੀ ਚਲਾ ਜਾਏ, ਜਿੱਥੇ ਮਰਜ਼ੀ ਰੰਗ ਤਮਾਸ਼ੇ ਦੇਖੇ। ਅੱਗੇ ਜਾ ਕੇ ਜਦੋਂ ਅਸੀਂ ਸਾਵਣ ਦੇ ਮਹੀਨੇ ਪੜ੍ਹਾਂਗੇ ਤਾਂ ਜ਼ਿਕਰ ਹੈ ਨਾ ਕਿ ਜੋ ਝੜੀਆਂ ਲੱਗਦੀਆਂ ਨੇ ਅਤੇ ਲੋਕ ਆਨੰਦ ਮਨਾਉਂਦੇ ਨੇ ਵੀ ਬੜਾ ਆਨੰਦ ਆ ਗਿਆ, ਮੌਸਮ ਸੁਹਾਵਣਾ, ਪਰ ਕਿਹਨਾਂ ਲਈ ਹੁੰਦਾ ਹੈ? ਮਹਾਰਾਜ ਨੇ ਜ਼ਿਕਰ ਕੀਤਾ ਕਿ ਕੇਵਲ ਅਮੀਰਾਂ ਲਈ ਹੁੰਦਾ। ਜੇ ਮੀਂਹ ਪੈਂਦਾ ਹੋਵੇ ਅਤੇ ਉਦੋਂ ਆਨੰਦ ਕੇਵਲ ਅਮੀਰਾਂ ਲਈ ਹੁੰਦਾ ਹੈ, ਗਰੀਬ ਲਈ ਕੋਈ ਆਨੰਦ ਨਹੀਂ ਹੁੰਦਾ। ਗਰੀਬ ਨੌਕਰ ਵਾਸਤੇ ਪੁੱਛੀਏ ਵੀ ਤੂੰ ਅਮੀਰ ਦੇ ਘਰ ਵੀ ਜਾਣਾ, ਰੋਟੀ ਵੀ ਪਕਾਉਣੀ, ਪੱਠੇ ਵੱਢਣੇ, ਦੁਨੀਆ ਭਰ ਦਾ ਸਮਾਨ ਵੀ ਲਿਆਉਣਾ, ਭਿੱਜਦਾ ਵੀ ਫਿਰਦਾ ਹੈ। ਇਹ ਸਿਰਫ ਮੀਂਹ ਪੈਂਦਿਆਂ ਝੜੀ ਲੱਗੀ ਅਮੀਰ ਵਾਸਤੇ ਹੈ, ਜਿਹਨੇ ਬੈਠ ਜਾਣਾ ਅਤੇ ਬੈਠੇ ਬੈਠੇ ਆਦੇਸ਼ ਲਿਆ ਵੀ ਸਮਾਨ ਲੈ ਕੇ ਆ, ਬੈਠੇ ਬੈਠੇ ਨੇ ਆਦੇਸ਼ ਨਾਲ ਕੰਮ ਕਰਕੇ ਆ। ਨਾਨਕ ਸਾਵਣ ਜੀਵ ਸਹਿ ਚਉ ਮਾਹਾ ਹੋਏ, ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧਨ ਹੋਏ। ਜਿਨ੍ਹਾਂ ਦੇ ਘਰ ਧਨ ਹੈ ਉਹ ਸਾਵਣ ਦੇ ਬਰਸਾਤ ਵਿੱਚ ਆਨੰਦ ਲੈਂਦੇ ਨੇ, ਅਤੇ ਜਿਨ੍ਹਾਂ ਦੇ ਘਰ ਧਨ ਨਹੀਂ ਹੁੰਦਾ ਉਹਨਾਂ ਵਾਸਤੇ ਤਾਂ ਸਾਵਣ ਦਾ ਵਰਸਣਾ ਦੁਖਦਾਈ। ਨਾਨਕ ਸਾਵਣ ਜੀਵ ਸਹਿ ਚਉ ਵਿਛੋੜਾ ਹੋਏ। ਚਾਰ ਜਿਹਦੇ ਵਿਚਾਰੇ ਵਿਛੋੜੇ ਦੁੱਖ ਸੱਲ ਪਾਉਂਦੇ ਨੇ। ਮਹਾਰਾਜ ਕਹਿਣ ਲੱਗੇ ਤੀਜੀ ਗੱਲ ਕੀ ਮਿਲੇਗੀ? ਕਹਿਣ ਲੱਗੇ ਰੰਗ ਸਭੇ ਨਾਰਾਇਣ ਹੈ। ਆ ਜਿੰਨੇ ਰੰਗ ਨੇ ਫਿਰ ਆਨੰਦ ਮਾਣ, ਕਿਉਂਕਿ ਸਾਜਨ ਦੇ ਦਾਮਨ ਲੱਗ ਗਏ ਹੋ, ਮਰਨ ਦਾ, ਜਾਣ ਦਾ, ਆਉਣ ਦਾ ਡਰ ਮੁੱਕ ਗਿਆ, ਅਮੀਰੀ ਪ੍ਰਾਪਤ ਹੋ ਗਈ ਕਰਤੇ ਪੁਰਖ ਦੇ ਨਾਮ ਦੀ। ਹੁਣ ਜਿਤਨੇ ਕੁਦਰਤ ਦੇ ਰੰਗ ਨੇ ਮਾਣ, ਯਾਦ ਰੱਖਣਾ ਕੁਦਰਤ ਦੇ ਰੰਗਾਂ ਨੂੰ ਕੌਣ ਮੰਨ ਸਕਦਾ ਹੈ? ਕੇਵਲ ਸੰਤ ਹੀ ਕੁਦਰਤ ਦੇ ਰੰਗਾਂ ਨੂੰ, ਕੁਦਰਤ ਦੇ ਆਨੰਦ ਨੂੰ ਮੰਨਦਾ। ਜੇ ਅਸੀਂ ਤੁਸੀਂ ਕਿੱਥੇ ਮਾਣ ਪਾਉਂਦੇ ਹਾਂ? ਕਿੰਨਾ ਕੁ ਅਸੀਂ ਤੁਸੀਂ ਕੁਦਰਤ ਦੇ ਖਿੜੇ ਫੁੱਲਾਂ ਦਾ ਆਨੰਦ ਮਾਣ ਪਾਉਂਦੇ ਹਾਂ? ਕਿੰਨਾ ਕੁ ਦਰਿਆਵਾਂ ਦੇ ਝਰਨਿਆਂ ਦਾ ਆਨੰਦ ਅਸੀਂ ਤੁਸੀਂ ਮਾਣ ਪਾਉਂਦੇ ਹਾਂ? ਇਹ ਕੇਵਲ ਸੰਤ ਹੀ ਹੈ ਜੋ ਬਹਿ ਜਾਂਦਾ ਅਤੇ ਖਿੜੇ ਫੁੱਲਾਂ ਨਾਲ ਗੱਲਾਂ ਬਾਤਾਂ ਕਰ ਲੈਂਦਾ, ਉਹ ਦਰਿਆਵਾਂ ਨਾਲ ਵੀ ਗੱਲਾਂ ਕਰ ਲੈਂਦਾ, ਉਹ ਵਗਦੀ ਹਵਾ ਦੇ ਆਨੰਦ ਵਿੱਚ ਵੀ ਝੂਮ ਜਾਂਦਾ, ਕਿਉਂਕਿ ਉਹੀ ਹੈ ਜੋ ਸਾਜਨ ਦੇ ਦਾਮਨ ਨਾਲ ਲੱਗਾ ਹੋਇਆ, ਜਿਸ ਨੂੰ ਪਰਵਾਹ ਨਾ ਹੀ ਕਿਸੇ ਕੇਰੀ, ਜੋ ਆਨੰਦ ਵਿੱਚ ਜਾਣਦਾ ਸਭ ਤੇਰਾ ਹੈ, ਸਭ ਤੇਰਾ ਹੈ, ਸਭ ਤੇਰਾ ਹੈ। ਤੇਰਾ ਹੈ ਅਤੇ ਆਨੰਦ ਹੈ, ਕਿਉਂਕਿ ਤੇਰਾ ਹੋਣ ਦੇ ਸਦਕੇ ਮੇਰਾ ਹੈ। ਹਾਂ ਤੇਰਾ, ਤੂੰ ਹਮਾਰਾ ਹੈ, ਆ ਸਭ ਕੁਝ ਤੇਰਾ ਹੈ। ਪਰ ਸੱਚ ਜਾਣਾ ਜੇ ਤੇਰਾ ਹੈ ਤਾਂ ਫਿਰ ਮੇਰਾ ਵੀ ਹੈ। ਸਾਧੂ ਕਹਿਣ ਲੱਗੇ ਰੰਗ ਸਭੇ ਨਾਰਾਇਣ ਹੈ, ਜੇਤੇ ਮਨ ਭਾਵਨ। ਆ ਮਨ ਪਾਉਂਦੇ ਰੰਗ ਫਿਰ ਕਰਤੇ ਦੇ ਨੇ, ਫਿਰ ਆਨੰਦ ਵੱਧ ਜਾਂਦਾ ਹੈ। ਫਿਰ ਕਹਿਣ ਲੱਗੇ ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਫਿਰ ਪਤਾ ਲੱਗਦਾ ਹੈ ਗਿਆਨ ਦੇ ਜੋ ਦਾਇਰਾ ਬਹੁਤ ਵਿਸ਼ਾਲ ਹੋ ਜਾਂਦਾ ਹੈ, ਸੋਚਣ ਦਾ ਨਜ਼ਰੀਆ ਬਦਲ ਜਾਂਦਾ, ਪੈਰਾਡਾਈਮ ਚੇਂਜ ਹੋ ਜਾਂਦਾ ਹੈ। ਹੁਣ ਤੱਕ ਅਸੀਂ ਕਰਦੇ ਹਾਂ ਮੈਂ ਕਰਦਾ, ਤੂੰ ਕੀਤਾ, ਮੈਂ ਕੀਤਾ, ਤੂੰ ਕੀਤਾ। ਫਿਰ ਕਹਿਣ ਲੱਗੇ ਨਹੀਂ, ਕਰਤਾ ਕਰਤਾ ਹੈ ਜੋ ਹਰ ਲੋੜੇ, ਜੋ ਵਾਹਿਗੁਰੂ ਨੂੰ ਚੰਗਾ ਲੱਗਦਾ। ਆਪਣਾ ਚਿੱਤ ਵਿਹਾਰ ਕਰੇ, ਫਿਰ ਇਹ ਸਮਝ ਆ ਜਾਂਦੀ, ਆਪਣਾ ਚਿੱਤ ਵਿਹਾਰ ਕਰੇ ਜੋ ਮੇਰੇ ਚਿੱਤ ਨਾ ਹੋਏ। ਮੈਂ ਸੋਚ ਵੀ ਨਹੀਂ ਸਕਦਾ, ਵਾਹਿਗੁਰੂ ਹੀ ਤੇ ਕਰਦਾ ਹੈ। ਆਪਣਾ ਚਿੱਤ ਵਿਹਾਰ ਕਦੋਂ ਜੋ ਆਪਣਾ ਚਿੱਤ ਵਿਹਾਰ ਕਰਦਾ ਹੈ, ਅਤੇ ਫਿਰ ਅਸੀਂ ਕਿੱਥੇ ਪਹੁੰਚਣਾ ਹੈ? ਅਸੀਂ ਆਪਣੀ ਛੋਟੀ ਛੋਟੀ ਚਿਤਵਨੀ ਛੱਡ ਕੇ ਕਰਤੇ ਦੀ ਵਿਸ਼ਾਲ ਚਿਤਵਨੀ ਦੇ ਨਾਲ ਜੁੜ ਜਾਣਾ ਹੈ। ਦੂਸਰੇ ਪਾਤਸ਼ਾਹ ਸਾਹਿਬ ਦਾ ਇੱਕ ਨਿੱਕਾ ਜਿਹਾ ਉਪਦੇਸ਼ ਬੜਾ ਪਿਆਰਾ ਹੈ ਨਾ,
ਜਦੋਂ ਇੱਕ ਸੇਵਕ ਆ ਕੇ ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ ਨਾ ਹਵਾ ਹਨੇਰੀ ਬੰਦ ਹੋ ਜਾਏ। ਮਹਾਰਾਜ ਕਹਿਣ ਲੱਗੇ, ਕਿਉਂ? ਕਹਿਣ ਲੱਗਾ, ਜੀ ਪ੍ਰਸ਼ਾਦ ਪਾਣੀ ਤਿਆਰ ਕਰਨਾ, ਲੰਗਰ ਦੀ ਸੇਵਾ ਹੈ, ਚੁੱਲ੍ਹਾ ਨਹੀਂ ਬਲਦਾ। ਮਹਾਰਾਜ ਕਹਿਣ ਲੱਗੇ, ਅੱਛਾ ਤੈਨੂੰ ਚਿੰਤਾ ਹੈ? ਕਹਿਣ ਲੱਗੇ, ਹਾਂ ਮਹਾਰਾਜ ਚਿੰਤਾ, ਸੇਵਾ ਜੋ ਹੋਈ, ਸੇਵਾ 'ਤੇ ਆਪਣੀ ਬਖਸ਼ਿਸ਼ ਹੋਈ ਹੈ, ਅਤੇ ਸੇਵਾ ਵਾਸਤੇ ਮਹਾਰਾਜ ਕਹਿਣ ਲੱਗੇ, ਤੈਨੂੰ ਆਪਣੀ ਚਿਤਵਨੀ ਆ, ਉਹਨੂੰ ਆਪਣੀ ਚਿਤਵਨੀ ਆ। ਅਤੇ ਹੋਏਗਾ ਕਿ ਹਮੇਸ਼ਾ ਵੱਡੀ ਚਿਤਵਨੀ ਜਿੱਤਦੀ ਜੇ। ਕੁਦਰਤ ਵਿੱਚ ਹਮੇਸ਼ਾ ਵੱਡਾ ਹੀ ਜਿੱਤਦਾ ਹੈ, ਸੰਸਾਰ ਵਿੱਚ ਵੀ ਵੱਡਾ ਹੀ ਜਿੱਤਦਾ ਹੈ। ਵੱਡੇ ਰੁੱਖ ਦੀ ਛਾਂ ਹੀ ਦੂਰ ਤੱਕ ਲੱਗਦੀ, ਵੱਡੇ ਦਰਿਆ ਹੀ ਬਚਦੇ ਨੇ। ਅਤੇ ਫਿਰ ਇੱਦਾਂ ਕਰ, ਤੂੰ ਛੋਟਾ ਹੈ ਨਾ, ਆਪਣੀ ਚਿਤਵਨੀ ਨੂੰ ਵੱਡੀ ਚਿਤਵਨੀ ਦੇ ਵਿੱਚ ਜੋੜ ਦੇ, ਆਪਣੀ ਮਰਜ਼ੀ ਨੂੰ ਵੱਡੀ ਮਰਜ਼ੀ ਵਿੱਚ ਜੋੜ ਦੇ। ਤੇਰੀ ਮਰਜ਼ੀ ਹੈ, ਤੂੰ ਪ੍ਰਸ਼ਾਦ ਪਾਣੀ ਪਕਾਉਣਾ ਹੈ ਨਾ, ਕੁਝ ਸਮਾਂ ਛੱਡ ਦੇ, ਉਹਨੂੰ ਆਪਣਾ ਸੰਸਾਰ ਦੇ ਪ੍ਰਸ਼ਾਦ ਪਾਣੀ ਦਾ ਪ੍ਰਬੰਧ ਕਰ ਲੈਣ ਦੇ, ਫਿਰ ਤੂੰ ਪਕਾ ਲਈ, ਕਿਉਂਕਿ ਛੋਟੇ ਹੁੰਦੇ ਬਾਅਦ 'ਚ ਕਰਨਾ, ਤੂੰ ਬਾਅਦ 'ਚ ਕਰ ਲਈ। ਤੂੰ ਆਪਣੀ ਮਰਜ਼ੀ ਨੂੰ ਉਹਦੀ ਮਰਜ਼ੀ ਦੇ ਨਾਲ ਜੋੜ ਦੇ। ਬਸ ਇਹ ਜਦੋਂ ਇਹ ਸਮਝ ਆ ਜਾਏਗੀ, ਫਿਰ ਆ ਜਾਏਗਾ ਕਿ ਜੋ ਪ੍ਰਭ ਕੀਤੇ ਆਪਣੇ ਸੇ ਕਹੀਏ ਧੰਨ। ਕਿਉਂਕਿ ਸਮਝ ਆ ਜਾਏਗਾ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਉਹ ਜੋ ਕਰਦਾ ਹੈ ਉਹ ਜੀ ਕਰਦੇ ਨੇ, ਜੀ ਉਹੀ ਕਰਦੇ ਨੇ ਜੋ ਚਾਹੁੰਦਾ ਹੈ। ਕਿਉਂਕਿ ਅਸੀਂ ਉਹ ਕੁਛ ਕਰ ਹੀ ਨਹੀਂ ਸਕਦੇ ਅਗਰ ਉਹਦੀ ਇਜਾਜ਼ਤ ਨਾ ਹੋਵੇ। ਅਸੀਂ ਲੱਖ ਵਾਰ ਕਈ ਅਸੀਂ ਕਰਦੇ ਹਾਂ, ਪਰ ਕਰਤੇ ਦੀ ਜਿਸ ਨੂੰ ਰਹੱਸਵਾਦ ਕਹਿੰਦੇ ਨੇ, ਅਗਰ ਉਹ ਹੁਕਮੀ ਕਲਾ ਨਾ ਤਾਕਤ ਮਿਲੇ ਤਾਂ ਨਹੀਂ ਕਰ ਪਾਵਾਂਗੇ। ਹਾਂ ਉਹਦੀ ਕਲੀਅਰ ਹੁੰਦੀ ਹੈ ਜਿੱਥੇ ਸਾਨੂੰ ਦੋਸ਼ ਲੱਗਦਾ ਹੈ, ਪਰ ਤੋਂ ਅੱਗੇ ਜਾ ਕੇ ਪਤਾ ਤਾਕਤ ਉਸੇ ਦੀ ਵਰਤਦੀ ਹੈ। ਅਤੇ ਜਿਹੜੇ ਇੱਥੇ ਪਹੁੰਚ ਜਾਂਦੇ ਨੇ, ਆਪਣੇ ਬਣ ਜਾਂਦੇ ਨੇ ਸਾਹਿਬ ਦੇ, ਫਿਰ ਉਹਨਾਂ ਨੂੰ ਸੰਸਾਰ 'ਚ ਧੰਨ ਧੰਨ ਕਿਹਾ ਜਾਂਦਾ ਹੈ। ਜੋ ਪ੍ਰਭ ਕੀਤੇ ਆਪਣੇ ਸੇ ਕਹੀਏ ਧੰਨ। ਆਪਾਂ ਕਹਿੰਦੇ ਬਾਬਾ ਬੁੱਢਾ ਧੰਨ ਹੈ, ਬਾਬਾ ਦੀਪ ਸਿੰਘ ਧੰਨ ਹੈ, ਅਸੀਂ ਕਹਾਂਗੇ ਮਰਦਾਨਾ ਧੰਨ ਹੈ, ਕਿਉਂਕਿ ਆਪਣਾ ਬਣਾ ਲਿਆ ਉਹਨੇ। ਇਹ ਧੰਨ ਨੇ, ਜਿਹਨੂੰ ਵੀ ਉਹਨਾਂ ਨੇ ਆਪਣਾ ਬਣਾ ਲਿਆ ਉਹ ਧੰਨ ਹੋ ਗਿਆ। ਹੁਣ ਅਸੀਂ ਧਨੰਤਾ ਯੋਗ ਬਣਨਾ ਚਾਹਾਂਗੇ ਅਤੇ ਸਾਨੂੰ ਉਹਦੀ ਬਣਨਾ ਪੈਣਾ, ਤਾਂ ਕਿ ਸਾਨੂੰ ਅਪਣਾ ਲਵੇ, ਸਾਨੂੰ ਆਪਣਾ ਬਣਾ ਲਏ। ਇਸ ਕਰਕੇ ਬੇਨਤੀ ਕਰਦੇ ਹਮਲਾਵੋ ਆਪਣੀ ਚਰਨ। ਮਹਾਰਾਜ ਸਾਨੂੰ ਆਪਣੀ ਚਰਨੀ ਲਾ ਲਓ, ਸਾਨੂੰ ਆਪਣੇ ਦਰ 'ਤੇ ਟਿਕਾ ਲਓ, ਸਾਨੂੰ ਇਸ ਦਰ 'ਤੇ ਥਾਂ ਦੇ ਦਿਓ। ਭਾਈ ਡੱਲਾ ਜੀ ਦੇ ਰਾਹੀਂ ਅਰਦਾਸ ਹੁੰਦੀ, ਮਹਾਰਾਜ ਪੀੜੀ ਜਿੰਨਾ ਥੋੜ੍ਹਾ ਜਿਹਾ ਥਾਂ ਦੇ ਦਿਓ ਨਾ, ਆਪਣੇ ਵਿਸ਼ਾਲ ਵਿਹੜੇ ਦੇ ਵਿੱਚ ਸਾਨੂੰ ਥੋੜ੍ਹਾ ਜਿਹਾ ਥਾਂ ਦੇ ਦਿਓ ਨਾ। ਫਿਰ ਜੁਗਤ ਦੇ ਭਾਈ ਸਿਸਟਮ ਦੇ ਮੁਤਾਬਕ ਆ, ਇਸ ਵਿਹੜੇ 'ਚ ਆਪਣੀ ਮਰਜ਼ੀ ਨਾਲ ਥਾਂ ਨਹੀਂ ਮਿਲਦਾ। ਆਪਣੀ ਮਰਜ਼ੀ ਤਿਆਗ ਕੇ ਸਿਸਟਮ ਦੇ ਮੁਤਾਬਕ ਆ ਜਾ, ਹੁਕਮ ਦੇ ਮੁਤਾਬਕ ਆ ਜਾ, ਥਾਂ ਮਿਲ ਜਾਏਗਾ। ਕਹਿਣ ਲੱਗੇ, ਜੋ ਪ੍ਰਭ ਕੀਤੇ ਆਪਣੇ ਸੇ ਕਹੀਏ ਧੰਨ। ਅਤੇ ਕੌਣ ਕਹਿੰਦੇ ਧੰਨ ਕੌਣ ਨੇ? ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ। ਜਿਹੜੇ ਸਾਡੇ ਵਰਗੇ ਸੋਚਦੇ ਨੇ ਕਿ ਮੈਂ ਬੜੇ ਜਾਪ ਕਰ ਲਏ, ਮੈਂ ਤੇ ਮਿਲ ਹੀ ਜਾਣਾ, ਮੈਂ ਤੇ ਬੜਾ ਵੱਡਾ ਸ਼ੁੱਧ ਪਾਠੀ ਹਾਂ, ਮੈਂ ਤੇ ਮਿਲ ਹੀ ਜਾਣਾ, ਮੈਂ ਤੇ ਬੜੇ ਵੇਦ ਪੜ੍ਹ ਲਏ, ਮੈਂ ਤੇ ਮਿਲ ਹੀ ਜਾਣਾ, ਮੈਂ ਤੇ ਤੀਰਥ ਹਵਨ ਯੱਗ ਪੁੰਨ ਪੂਜਾ ਪਾਠ ਸਭ ਕੁਝ ਕਰ ਲਿਆ, ਮੇਰਾ ਤਾਂ ਮਤਲਬ ਹੀ ਨਹੀਂ ਮੈਂ ਵਿਛੜਦਾ, ਮੈਂ ਤੇ ਮਿਲ ਹੀ ਜਾਣਾ। ਮਹਾਰਾਜ ਕਹਿਣਗੇ, ਇੱਦਾਂ ਜੇ ਕੋਈ ਮਿਲ ਜਾਂਦਾ ਹੁੰਦਾ ਤਾਂ ਲੋਕ ਵਿਛੜਦੇ ਕਿਉਂ? ਆਪਣੇ ਆਪ ਅਗਰ ਕੋਈ ਮਿਲ ਸਕਦਾ ਤਾਂ ਲੋਕ ਬਹੁਤ ਸਾਰੇ ਵਿਯੋਗੀ ਗਿਆਨੀ ਵੀ ਰੋਂਦੇ ਨੇ। ਇੰਨੇ ਕਿ ਚੰਗੇ ਨੇ, ਭਲੇ ਪੁਰਖ ਨੇ, ਸੰਤ ਭਗਤ ਵੈਰਾਗੀ ਕਿਉਂ ਹੋਏ ਫਿਰਦੇ ਨੇ? ਚੰਗੇ ਨੇ, ਮਿਲਣਾ ਚਾਹੁੰਦੇ ਨੇ, ਭਗਤੀ ਕਰ ਰਹੇ ਨੇ, ਜਾਪ ਕਰ ਰਹੇ ਨੇ, ਪਰ ਮਿਲ ਨਹੀਂ ਸਕਦੇ ਆਪਣੇ ਆਪ। ਕਿਉਂਕਿ ਮਿਲਾਏਗਾ ਤੇ ਮਿਲਾਂਗੇ। ਜਿਹਨੂੰ ਆਪਾਂ ਦਰਸ਼ਨ 'ਚ ਕਈ ਵਾਰ ਦੇਖਦੇ ਹਾਂ, ਅਸੀਂ ਕੀ ਕਰ ਸਕਦੇ ਹਾਂ? ਕਿਸੇ ਦੇ ਦਰਵਾਜ਼ੇ 'ਤੇ ਜਾ ਕੇ ਕੁੰਡਾ ਖੜਕਾ ਸਕਦੇ ਹਾਂ। ਜਿਹਨੂੰ ਅਸੀਂ ਕਦੇ ਕਦੇ ਕਰਮ ਸ਼ਾਸਤਰ 'ਚ ਪੜ੍ਹਦੇ ਹਾਂ ਕਿ ਵਿਅਕਤੀ 100% ਸ਼ੁੱਧ ਕਰਮ ਵੀ ਕਰੇ ਤਦ ਵੀ ਮਿਲਾਪ ਨਹੀਂ ਹੁੰਦਾ। 100% ਸ਼ੁੱਧ ਕਰਮ ਕਰਕੇ ਵੀ ਮਿਲਾਪ ਨਹੀਂ ਹੁੰਦਾ। ਇਹਨੂੰ ਫਿਲਾਸਫਰ ਸਮਝਾਉਂਦੇ ਨੇ, ਤੁਸੀਂ ਕਿਸੇ ਘਰ ਦਾ ਪਤਾ ਪੁੱਛ ਲਿਆ, ਮਿਲਣ ਜਾਣਾ ਹੈ, ਠੀਕ ਹੈ, ਅਤਾ ਪਤਾ ਐਡਰੈਸ ਸਾਰਾ ਚੰਗੀ ਤਰ੍ਹਾਂ ਸਾਫ ਸੁਥਰਾ ਲਿਖ ਲਿਆ, ਯਾਦ ਕਰ ਲਿਆ, ਤੁਰ ਪਏ ਘਰ ਤੋਂ। 100 ਮੀਲ ਦਾ ਪੰਧ ਕਰਦੇ 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 ਉਹਦੇ ਦਰਵਾਜ਼ੇ 'ਤੇ ਪਹੁੰਚ ਗਏ। ਸਾਰਾ ਤਸਦੀਕ ਕਰ ਲਿਆ, ਜਿਸ ਨੂੰ ਮਿਲਣਾ ਹੈ ਸਾਂ ਠੀਕ ਹੈ, ਵੀ ਠੀਕ ਹੈ, ਸਾਰੇ ਟਿਕ ਲਾ ਕੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਦਰਬਾਨ ਨੇ ਵੀ ਕਹਿਤਾ ਹਾਂ ਇਹੀ ਘਰ ਹੈ, ਮਾਲਕ ਵੀ ਘਰੇ, ਸਾਹਿਬ ਵੀ ਘਰੇ ਹੀ ਆ। ਹੁਣ ਤੁਸੀਂ ਕੀ ਕਰ ਸਕਦੇ? ਅਸੀਂ ਕੁੰਡਾ ਖੜਕਾ ਸਕਦੇ ਹਾਂ, ਬਸ ਬੈਲੀ ਵਜਾ ਸਕਦੇ ਹੋ ਨਾ, ਇਹ ਤੋਂ ਵੱਧ ਹੈ ਕੋਈ ਜ਼ੋਰ ਨਹੀਂ। ਮਾਲਕ ਦੀ ਮਰਜ਼ੀ ਇਹ ਦਰਵਾਜ਼ਾ ਖੋਲ੍ਹੇ ਅਤੇ ਮਾਲਕ ਦੀ ਮਰਜ਼ੀ ਨਾ ਖੋਲ੍ਹੇ, ਕਿਉਂਕਿ ਅੰਦਰਲੇ ਨੂੰ ਬਾਹਰ ਦਿਸਦਾ ਕੌਣ ਆਇਆ ਕੌਣ ਨਹੀਂ ਆਇਆ। ਸਾਨੂੰ ਆਮ ਘਰਾਂ 'ਚ ਨਹੀਂ ਦਿਸਦਾ, ਠੀਕ ਹੈ, ਸਾਡੀ
ਵਿਉਂਤਬੰਦੀ ਕਮਜ਼ੋਰ ਹੁੰਦੀ ਹੈ। ਪਰ ਅੱਜ ਵਿਗਿਆਨ ਦੱਸਦਾ ਨਾ, ਦਰਵਾਜ਼ੇ 'ਤੇ ਖੜਾ ਬੰਦਾ ਤੁਹਾਨੂੰ ਘਰ ਬੈਠਿਆਂ ਦਿਸਦਾ, ਸਕਰੀਨ 'ਤੇ ਦਿਸ ਰਿਹਾ ਕੌਣ ਆਇਆ ਕੌਣ ਨਹੀਂ ਆਇਆ। ਤੁਹਾਡੀ ਮਰਜ਼ੀ ਹੈ, ਉਸ ਆਏ ਹੋਏ ਬੰਦੇ ਲਈ ਦਰਵਾਜ਼ਾ ਖੋਲ੍ਹੋ ਜਾਂ ਨਾ ਖੋਲ੍ਹੋ। ਉਹ ਸਾਰਾ ਦਿਨ ਬੈਲ ਵਜਾਉਂਦਾ ਰਹੇ, ਤੁਸੀਂ ਆਰਾਮ ਨਾਲ ਪੱਖੇ ਥੱਲੇ ਬੈਠੇ ਖਾਈ ਪੀ ਜਾ ਰਹੇ ਹੋ, ਆਨੰਦ ਲੈ ਰਹੇ ਹੋ। ਉਹ ਵਿਚਾਰਾ ਧੁੱਪੇ ਵਿਲਕਦਾ ਤੁਹਾਡੇ ਨਾਂ 'ਤੇ ਪੁਕਾਰ ਕਰੀ ਜਾਂਦਾ, ਪਰ ਤੁਸੀਂ ਮਿਲਣਾ ਨਹੀਂ ਚਾਹੁੰਦੇ। ਅਤੇ ਜੇ ਤੁਸੀਂ ਮਿਲਣਾ ਨਹੀਂ ਚਾਹੁੰਦੇ ਤਾਂ ਤੁਸੀਂ ਉਹਦੇ ਵਾਸਤੇ ਦਰਵਾਜ਼ਾ ਵੀ ਨਹੀਂ ਖੋਲ੍ਹੋਗੇ। ਆਪੇ ਵਿਚਾਰਾ ਕਲਪ ਕਲਪਾ ਕੇ ਸਿਰ ਪਟਕ ਕੇ ਮੁੜ ਜਾਏਗਾ। ਹਾਂ, ਕੋਈ ਕਬੀਰ ਵਰਗਾ ਹੋਇਆ ਤੇ ਮਰੇਗਾ, ਨਹੀਂ ਤੇ ਬਾਕੀ ਸਿਰ ਪਟਕ ਕੇ ਮੁੜ ਜਾਣਗੇ। ਕੋਈ ਕਬੀਰ ਵਰਗਾ ਹੱਠੀ ਹੋਇਆ ਤੇ ਕਹਿ ਦੇਗਾ ਮਰਾਂ ਧਰ ਕੇ द्वार, ਇੱਥੇ ਮਰ ਜੂੰਗਾ, ਮੈਂ ਨਹੀਂ ਜਾਂਦਾ। ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹਰ, ਲੇਕਿਨ ਉਹ ਕਬੀਰ ਹੀ ਹੋ ਸਕਦਾ, ਹੋਰ ਕੋਈ ਨਹੀਂ ਹੋ ਸਕਦਾ। ਪਰ ਸਾਡੇ ਵਰਗਾ ਤੇ 2 ਵਾਰ ਪੁਕਾਰਿਆ 4 ਵਾਰ ਪੁਕਾਰਿਆ, ਅਸੀਂ ਕਦੇ ਸੁਣਦਾ ਹੀ ਨਹੀਂ। ਤੇ ਬਾਹਰ ਕਹਿ ਕੇ ਰੌਲਾ ਕੀ ਪਾਉਂਗੇ, ਨਾ ਰੱਬ ਹੈ ਨਹੀਂ, ਉਹ ਨਹੀਂ ਸੁਣਦਾ ਕਿਸੇ ਦੀ ਅਰਦਾਸ ਨਹੀਂ ਜੇ ਪੂਰੀ ਹੁੰਦੀ। ਆ ਸਾਡੇ 'ਚ ਹੈ ਨਾ ਬਹੁਤ ਸਾਰੇ ਲੋਕ ਕਹੀ ਜਾਂਦੇ, ਇਹ ਕੌਣ ਨੇ ਜਿਹਨੂੰ ਕੁਛ ਨਹੀਂ ਮਿਲਿਆ। ਮਹਾਰਾਜ ਕਹਿਣ ਲੱਗੇ ਮਿਲਦੇ ਉਹ ਨੇ ਜਿਹਨੂੰ ਮਿਲਾਂਦਾ ਜੇ, ਜਿਹਨੂੰ ਮਿਲਾਣਾ ਚਾਹੁੰਦਾ ਉਹ ਮਿਲਦੇ ਜੇ, ਨਹੀਂ ਤੇ ਆਪਣੇ ਆਪ ਜੇ ਕੋਈ ਲੋਕ ਮਿਲ ਸਕਦੇ ਤੇ ਵਿਛੋੜਾ ਹੀ ਕਾਹਦਾ ਹੁੰਦਾ। ਆ ਜਿਤਨੇ ਗਿਆਨੀ ਨੇ ਮਿਲ ਜਾਂਦੇ ਸਾਰੇ, ਗਿਆਨੀਆਂ ਦਾ ਦਾਵਾ ਨਹੀਂ ਜੇ ਕੋਈ ਮਿਲ ਜਾਂਦੇ। ਕੌਣ? ਪ੍ਰੇਮੀ ਮਿਲਦੇ ਨੇ, ਜੋ ਪ੍ਰੇਮ ਚੁੜੀਕਾਂ ਕਰਦੇ ਨੇ, ਪ੍ਰੇਮੀਆਂ ਵਾਸਤੇ ਪਹੁੰਚਦਾ ਹੈ। ਭਾਈ ਲਾਲੋ ਦੇ ਘਰ ਆਪ ਜਾ ਕੇ ਕੁੰਡੇ ਖੜਕਾਉਂਦਾ ਹੈ, ਸ਼ਬਰੀ ਦੇ ਘਰ ਬੇਰ ਖਾਣ ਵਾਸਤੇ ਆਪ। ਠੀਕ ਹੈ, ਲੋਕ ਕਿਸ ਨਜ਼ਰੀਏ ਨਾਲ ਦੇਖਦੇ ਨੇ, ਦੇਖਣਾ ਜਾ ਕੇ ਸ਼ਬਰੀ ਦੇ ਘਰ ਆਪ ਜਾਂਦਾ ਹੈ, ਲਾਲੋ ਦੇ ਘਰ ਆਪ ਜਾਂਦਾ ਹੈ, ਬਿਦਰ ਦੇ ਘਰ ਆਪ ਜਾਂਦਾ ਹੈ, ਇਹਨਾਂ ਦੇ ਘਰ ਚਾਪ ਜਾਂਦਾ ਹੈ। ਦੂਜੇ ਪਾਸੇ ਉੱਚੀ ਆਵਾਜ਼ 'ਚ ਕਹਿੰਦਾ ਰਾਜਨ ਕੌਣ ਤੁਮਾਰੇ ਆਵੇ, ਉਹ ਤੇਰੇ ਘਰ ਕੌਣ ਆਉਂਦਾ ਹੈ। ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ ਗਰੀਬ ਮੋਹ ਪਾਵੇ। ਉਹ ਮੈਨੂੰ ਤਾਂ ਚੰਗਾ ਲੱਗਦਾ, ਕਿਉਂਕਿ ਗੋਬਿੰਦ ਭਾਉ ਭਗਤ ਦਾ ਭੁੱਖਾ। ਮਹਾਰਾਜ ਕਹਿੰਦੇ ਕੀ ਕਰੀਏ ਫਿਰ ਅਸੀਂ ਕੰਮ ਕਰੀਏ। ਸਾਧੂ ਸੰਗ ਪ੍ਰਾਪਤੇ, ਇਹ ਪ੍ਰਾਪਤੀਆਂ ਕਿੱਥੇ ਜਾ ਕੇ ਹੁੰਦੀਆਂ ਨੇ? ਗਿਆਨ ਦੇ ਕਰਕੇ ਨਹੀਂ ਜੀ ਮਿਲਦੀਆਂ। ਮਤਾਂ ਕੋ ਇਸ ਗੱਲ ਦਾ ਮਾਣ ਕਰ ਲੈ ਕਿ ਮੈਂ ਬੜੀਆਂ ਪੋਥੀਆਂ ਪੜ੍ਹ ਲਈਆਂ। ਪੰਡਤ ਬੇਣੀ ਨੇ 4 ਵੇਦ ਪੜ੍ਹੇ ਸਨ, 6 ਦੇ 6 ਸ਼ਾਸਤਰ ਯਾਦ ਕੀਤੇ ਸਨ, 27 ਸਿਮਰਤੀਆਂ ਯਾਦ ਕੀਤੀਆਂ ਸਨ, ਹੋਰ ਵੀ ਜਿੰਨੇ ਪੁਰਾਣ ਆਦਿਕ ਸਨ ਸਭ ਯਾਦ ਕੀਤੇ ਸਨ। 9 ਊਠ ਕਿਤਾਬਾਂ ਦੇ ਲੱਦ ਕੇ ਬੈਠਾ ਸੀ ਗੋਇੰਦਵਾਲ ਦੇ ਦਹਾਨੇ ਤੇ ਧੰਨ ਗੁਰੂ ਅਮਰਦਾਸ ਜੀ ਇਹਨਾਂ ਦਾ ਪ੍ਰਕਾਸ਼ ਪੁਰਬ ਕੱਲ੍ਹ ਹੈ। ਬੜੇ ਪਿਆਰ ਨਾਲ ਕਹਿਣ ਲੱਗੇ ਬੇਣੀ ਪੰਡਤ ਜੀ ਤੁਸਾਂ ਪਾ ਲਿਆ, ਤੁਸਾਂ ਪੜ੍ਹ ਕੇ ਪਾ ਲਿਆ ਹੋਣਾ। ਤੇ ਕਹਿੰਦਾ ਕੀ ਪਾਉਣਾ ਸੀ? ਅੱਛਾ ਤੁਸਾਂ ਪਾ ਕੇ ਪੜ੍ਹਿਆ ਹੋਣਾ, ਕੀ ਪੜ੍ਹਨਾ ਸੀ, ਕੀ ਪਾਉਣਾ? ਕਹਿਣ ਲੱਗੇ ਰੱਬ ਪਾ ਲਿਆ। ਇੰਨਾ ਕੁਝ ਪੜ੍ਹ ਕੇ ਕੀ ਤੁਸਾਂ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ? ਕਹਿਣ ਲੱਗੇ ਨਹੀਂ। ਕਹਿਣ ਲੱਗੇ ਪੜ੍ਹਨ ਦੇ ਖਟਿਆ ਕੀ? ਇਸ ਕਰਕੇ ਕਿਤੇ ਨਹੀਂ ਗੁਰੂ ਮਹਾਰਾਜ ਕਹਿੰਦੇ ਪੜ੍ਹਨਾ ਨਹੀਂ ਚਾਹੀਦਾ, ਵਿਦਿਆ ਨਹੀਂ ਚਾਹੀਦੀ, ਨਹੀਂ, ਪਰ ਕਮਾਉਣਾ ਕੁਛ ਲੱਭਣਾ ਵੀ ਤਾਂ ਚਾਹੀਦਾ ਨਾ। ਕਿਆ ਪੜ੍ਹੀਏ ਕਿਆ ਗੁਨੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ। ਉਹ ਜੇ ਤੁਹਾਡੇ ਜੀਵਨ 'ਚ ਸਹਿਜ ਹੀ ਨਹੀਂ ਆਇਆ, ਟਿਕਾਉ ਨਹੀਂ ਤੁਹਾਡੇ ਕੋਲ, ਤੇ ਪੜ੍ਹੇ ਲਿਖੇ ਕਾਹਦੇ ਹੋ ਤੁਸੀਂ? ਹੋ ਗਏ ਹਾਈਲੀ ਕੁਆਲੀਫਾਈਡ, ਤੁਸੀਂ ਡਿਗਰੀਆਂ ਲੈ ਕੇ ਬੈਠੇ, ਅਗਰ ਨਿੱਕੀ ਨਿੱਕੀਆਂ ਗੱਲਾਂ ਤੇ ਛਿੱਥੇ ਪੈਂਦੇ ਤਾਂ ਕਾਹਦੇ ਪੜ੍ਹੇ ਲਿਖੇ ਹੋ ਗਿਆ ਆਪਣੇ ਘਰ ਤੁਸੀਂ ਕੁਛ ਵੀ, ਲੇਕਿਨ ਇੱਥੇ ਕੁਛ ਨਹੀਂ ਜੇ। ਇੱਥੇ ਪ੍ਰੇਮੀ ਜਨ ਹੀ ਹੈ ਜੋ ਉਹਦੇ ਹੁਕਮ 'ਚ, ਉਹਦੇ ਪ੍ਰੇਮ 'ਚ ਇੱਕ ਪੈਰ ਤੇ ਖਲੋ ਸਕਦਾ ਹੈ, ਉਹਦੇ ਹੁਕਮ ਨੂੰ ਮੰਨ ਸਕਦਾ ਹੈ, ਟਿਕ ਸਕਦਾ ਹੈ। ਮਹਾਰਾਜ ਕਹਿਣ ਲੱਗੇ ਕਿੱਥੋਂ ਮਿਲਦਾ ਹੈ? ਕਹਿਣ ਲੱਗੇ ਸਾਧੂ ਸੰਗ ਪ੍ਰਾਪਤੇ। ਇਹ ਪ੍ਰਾਪਤੀਆਂ ਸਾਧੂ ਸੰਗਤ ਵਿੱਚ ਸੇ ਕਰਕੇ ਸਾਧ ਕੇ ਸੰਗ ਨਹੀਂ ਕਿਛ ਕਹਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਸੰਗਤ 'ਚ ਆ ਕੇ ਨਿਰਛਲ ਹੋ ਕੇ ਬੈਠੋ, ਨਿਡਾਲ ਹੋ ਕੇ ਬੈਠੋ, ਪ੍ਰਾਪਤੀਆਂ ਸੁੱਤੇ ਸਿੱਧੋਂ ਲੱਗ ਪੈਂਦੀਆਂ। ਜਿਵੇਂ ਸਿਆਣੇ ਕਹਿੰਦੇ ਨੇ ਬਰਫ਼ ਦੀ ਸਲੀ ਕੋ ਬੈਠ ਜਾਓਗੇ ਉਹ ਪਾਸਾ ਆਪਣੇ ਆਪ ਠੰਡਾ ਹੋ ਜਾਣਾ, ਅੱਗ ਕੋ ਬਹਿ ਜਾਓਗੇ ਆਪਣੇ ਆਪ ਨਿੱਘਾ ਹੋ ਜਾਣਾ, ਗੁਰੂ ਕੋ ਬਹਿ ਜਾਓਗੇ ਆਪਣੇ ਆਪ ਪ੍ਰਕਾਸ਼ ਹੋ ਜਾਣਾ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣ। ਜਿਨ੍ਹਾਂ ਨੂੰ ਪ੍ਰਾਪਤੀ ਹੁੰਦੀ ਫਿਰ ਉਹੀ ਰੰਗ ਮਾਣਦੇ ਨੇ। ਸਾਨੂੰ ਹੁਕਮ ਹੈ, ਆਪ ਕਦੇ ਕਦੇ ਪੜ੍ਹਦੇ ਹੋਗੇ ਰੰਗ ਮਨ ਲੈ ਪਿਆਰਿਆ। ਜੀਵਨ ਮਿਲਿਆ ਨਾ, ਅੱਜ ਮਿਲਿਆ ਨਾ, ਆ ਜੇਠ ਜੁੜੰਦਾ ਵਾਲਾ ਜੀਵਨ ਮਿਲਿਆ ਨਾ, ਫਿਰ ਮਨ ਰੰਗ ਕਿਉਂ ਨਹੀਂ ਮੰਨਦਾ? ਪਰ ਅਸੀਂ ਅਹੰਕਾਰ ਦੀ ਛਤਰੀ ਉਤਾਰਾਂਗੇ ਤਦ ਇਹ ਰੰਗ ਮਿਲੇਗਾ ਨਾ। ਪਰ ਆਪਣੇ ਪ੍ਰੀਤਮ ਦੀ ਗਲਵਕੜੀ ਦਾ ਨਗ ਕਦੋਂ ਮਿਲੇਗਾ? ਜਦੋਂ ਗਹਿਣਿਆਂ ਦਾ ਮਾਣ ਹਟੇਗਾ ਤਦ। ਇੱਕ ਬਹੁਤ ਰਹੱਸਵਾਦੀ ਬਚਨ ਹੈ ਜਿਹਦੀ ਵਿਆਖਿਆਵਾਂ ਕਰਨੀਆਂ ਕਠਿਨ ਨੇ।
इति मंझ न समावी जे गल पैरां हार। ये गहणियां दा, पदार्थां दा, संपूर्ण वस्तुआं दा मान गरूर, ये प्राप्तियां दी चाहत सानू अपनी प्रीतम दे नाल समाई नहीं देणगियां, विथ बना के रखणगियां। साडी चौधराहटां, साडा ज्ञान, साडी मत, साडी बुद्ध अपनी प्रीतम तो विथ बना के रखेगी। प्रीतम दे नाल ओही मिलणगे जो सब त्याग देणगे, सब उतार देणगे। कहणगे सबे हाबे साक कुड़ावे डिठे, तौ पल्ले तैंडे लागी, तद जाके साधु संग प्राप्ते, नानक रंग माणन। फिर की हुंदा है जी? कहने लगे हर जेठ रंगीला तिस धनी, फिर जीवन रंगीन हो जाता है। असी कदे कदे ना अमीर बड़े रंगीन मिजाज होंगे, आप कदे कदे कहने ना फलाना बंदा बड़ा रंगीन मिजाज अमीर ने, याद रखना संत भी बड़े रंगीन होंगे। बस संतां दे रंग दूजे रंग दे, भगतां दे रंग, दुनिया दे रंग होर ने ते भगतां दे रंग होर ने। दुनिया रंग तमाशे 'च फसी पई है, कुछ शरीर दे, कुछ खाण दे नाद विनोद कोड। इन्हां को 3 प्रकार के आनंद ने दुनियावी लोगों के कोल। कुछ खा पी के कहते हाँ बड़ा आनंद आ गया। आप भी कदे कदे बहस करते हैं, अज लंगर चाह स्वाद नहीं बनया, कहने अज बड़ा स्वाद बनया, क्योंकि असीं सब खाण दे स्वाद टिके साडा बहस होंदी ना, अज पदार्थ बनया जी ये स्वाद नहीं आया, दूजा कहता आ गल अज तो बड़ा स्वाद आ गया, क्योंकि की है इस खाण का आनंद है। इसी तरह कदे कदे नाद आनंद है, सुनते हैं बड़ा चंगा लगा, कदे देखते हैं रंग तमाशे रूप रंग दे बड़े चंगे, पर भगत इन्हां रंगां इन्हां आनंदां तो उच्चे उठे ने, उसनूं कहंदे ने परम आनंद। उन्हां दा जीवन रंग ना भरिया, प्रेम ना भरिया, रंगीला है, प्रेम ना भरिया, प्रेम दे ही रंग नहीं हो। हर जेठ रंगीला, उन्हां दा जीवन रंगीला है, रंग ना भरे ने। किहड़ा रंग है? तिस धनी, उस मनुख दा चीज़ दा जीवन रंग है, जिसकै भाग मथन। पर भाई जिहदे मत्थे दे भाग चंगे ने, ते आपां इत्थे इसे करके ते बैठे महाराज किरपा करो मैनूं बख्श लो, किरत कर्म के विछुड़े, कर किरपा मिल हो राम, चार कुंट दह दिस भ्रमे, थक आए प्रभ की सा। महाराज मेरे ते किरपा कर दो, मेरे भी भाग होर चंगे हो जाण, चंगे भागां करके तुहाडे दर तक पहुँच बन गई। तो किते सिर ते अपना हथ रख दिओ, अपने पल्ले ला लो, तो मेरे होर 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 भाग चंगे किरपा प्राप्त हो। जितने बचन प्रवान करना यत्न करिए। आज एक सेवक परिवार वालों श्री सहज पाठ जी की संपूर्णता है, भोग दे श्लोक ने, आप रल के प्रेम दे नाल महाराज की पावन बाणी का जाप करिए। मता सानू भी इस साध संगत में कुछ प्राप्तियां होंदियां रहन, क्योंकि बाणी पढ़न दे नाल ही कुछ मिलना है, बाणी सुनन दे नाल ही कुछ मिलना है। भुल चुक दी खिमा, आसीस ते प्यार दिन फतेह बुलावना। वाहिगुरू जी का खालसा, वाहिगुरू जी की फतेह। वाहिगुरू साहिब जीओ, माया मनह न विसरै, मांगै दमा दम, सो प्रभ चित न आवई, नानक नहीं करम। तिचर मूल ना थुड़ींदो, जिचर आप किरपाल, शब्द अखुट बाबा नानका, खाहे खर्च धन माल, खंभ विकांदड़े जे लहा, किन्ना सावी तोल, तन जड़ाई आपने लहा सुसज्जन टोल। सज्जन सच्चा पातशाह, सिर शाहां दा शाह, जिस पास बैठिया सोही है, सबना दा वेसाह। एक ओंकार सत गुर प्रसाद, श्लोक महला नौवा। गुण गोबिंद गायो नहीं, जन्म अकारथ कीन, कह नानक हर भज मना, जेह बिद जल कौ मीन। बिखियन स्यों काहे रचियो, निमुख न होहि उदास, कह नानक भज हर मना, पर न जम की फास। तर नापो इयों ही गयो, लियो जरा तन जीत, कह नानक भज हर मना, औद जात है बीत। बिरत भयो सूझै नहीं, काल पहुँचियो आन,
कहो नानक नर बावरे क्यों न भजै भगवान। धन दारा संपत सगल जिन अपनी कर मान। इनमें कछ संगी नहीं नानक साची जान। पतित उदाहरण पै हरन हर अनाथ के नाथ। कह नानक तेह जानिए सदा बस्त तुम साथ। तन तन जेह तो कौ दियो तास्यों ने हो नकीन। कह नानक नर बावरे अब क्यों डोलत दीन। तन धन संपै सुख दियो अर जेह नीके धाम। कहो नानक सुन रे मना सिमरत काहे न राम। सब सुख दाता राम है दूसर नाहि न कोई। कहो नानक सुन रे मना तेह सिमरत गत होय। जिह सिमरत गत पाईऐ तेह भज रे तै मीत। कहो नानक सुन रे मना औध घटत है नीत। पांच तत् को तन रचियो जानहु चतुर सुजान। जेते उपजियो नानका लीन ताहे मैं मान। घट घट मैं हर जू बसै संतन कहो पुकार। कह नानक तेह भज मना भव निधि उतरह पार। सुख दुख जेह पर सह नहीं लोभ मोह अभिमान। कहो नानक सुन रे मना सो मूरत भगवान। उस्तत निंदिया नाहि जेह कंचन लोह समान। कहो नानक सुन रे मना मुक्त ताहे तै जान। हरख सोग जा कै नहीं बैरी मीत समान। कहो नानक सुन रे मना मुक्त ताहे तै जान। पै काहूँ कौ देत नह पैमानत आन। कहो नानक सुन रे मना ज्ञानी ताहे बखान। जेह बिखिया सगली तजी लियो पेख बैराग। कहो नानक सुन रे मना तेह नर माथै भाग। जेह माया ममता तजी सब ते भयो उदास। कहो नानक सुन रे मना तेह कट ब्रह्म निवास। जेह प्राणी हऊँ मैं तजी करता राम पिशान। कहो नानक वह मुक्त नर एह मन साची मान। पै नासन दुर्मत हरन कल मैं हर को नाम। निस दिन जो नानक भजै सफल होए तेह काम। जिह्वा गुन गोबिंद भजो करण सुनो हरि नाम। कहो नानक सुन रे मना परह न जम कै धाम। जो प्राणी ममता तजै लोभ मोह अहंकार। कहो नानक आपन तरह और न लेत उधार। जो सुपना और पेखना ऐसे जग को जान। इनमें कछ साचो नहीं नानक बिन भगवान। निस दिन माया कारणे प्राणी डोलत नीत। कोटन में नानक को नारायण जेह चीत। जैसे जलते बुध बुदा उपजै बिन सह नीत। जग रचना तैसे रची कहो नानक सुन मीत। प्राणी कछु न चेतई मद माया कै अंध। कहो नानक बिन हर भजन परत ताहे जम फंद। जो सुख कौ चाहें सदा शरण राम की ले। कहो नानक सुन रे मना दुर्लभ मानुख दे। माया कारण तावही मूर्ख लोग अजान। कहो नानक बिन हर भजन बिरथा जन्म सिरान। जो प्राणी निस दिन भजै रूप राम तेह जान। हर जन हर अंतर नहीं नानक साची मान। मन माया में भद रहियो बिसरियो गोबिंद नाम। कहो नानक बिन हर भजन जीवन कौने काम। प्राणी राम न चेतई मद माया कै अंध। कहो नानक हर भजन बिन परत ताहे जम फंद। सुख में बहु संगी भय
दुख मैं संग न कोए। कहो नानक हर भज मना अंत सहाई होए। जन्म जन्म भर मत फिरियो मिटियो न जम को त्रास। कहो नानक हर भज मना निरपय पावह बास। जतन बहुत मैं कर रहियो मिटियो न मन को मान। दुर्मत स्यो नानक फदियो राख ले हो भगवान। बाल जवानी और बिरद फुन तीन अवस्था जान। कहो नानक हर भजन बिन बिरथा सब ही मान। करणो हुतो सुना कियो परियो लोभ कै फंद। नानक समयो रम गयो अब क्यों रोवत अंध। मन माया में रम रहियो निकसत नाहि न मीत। नानक मूरत चित्र जो छाड़त नाहि न पीत। नर चाहत कछ और की और भई। चितवत रहो ठगौर नानक फांसी गल परी। जतन बहुत सुख के किए दुख को कियो न कोय। कहो नानक सुन रे मना हर पावै सो होय। जगत भिखारी फिरत है सबको दाता राम। कहो नानक मन सिमरत है पूरन हो वह काम। झूठा मान कहाँ करे जब सुपने ज्यों जान। इनमें कछ तेरो नहीं नानक कहो बखान। गर्भ करत है देह को बिन सैशन में मीत। जेह प्राणी हर जस कहियो नानक तेह जग जीत। जे घट सिमरन राम को सो नर मुक्ता जान। तेह नर हरे अंतर नहीं नानक साची मान। एक भगति भगवान जे प्राणी कह नाहे मन। जैसे शुकर स्वान नानक मानो ताहे तन। स्वामी को गृह ज्यों सदा स्वान तजत नहीं नित। नानक विद हर भजो इक मन होए कि चित। तीर्थ बरते अरदान कर मन में तरह गुमान। नानक ने फल जात तेहे जो कुंचर इशनान। सिर कंपियो पग डगमगे नैन जोत तेहीन। कहो नानक एह विद भई तबु न हर रस लीन। निज कर देखियो जगत में को काहू को नाहे। नानक थिर हर भक्ति है तेहरा को मन माहे। जग रचना सब झूठ है जान ले हुरे मीत। कह नानक थिर ना रहे ज्यों बालू की पीत। राम गयो रावण गयो जाको बहु परिवार। कहो नानक थिर कछ नहीं सुपने जो संसार। चिंता ताकी कीजिए जो अनहोनी होए। एह मार्ग संसार को नानक थिर नहीं कोय। जो पुजो सो बिनस है परो आज कै काल। नानक हर गुण गाए ले छाड़ सकल जंजाल। दोहरा बल छुटक्यो बंधन परे कछु न होत उपाय। कहो नानक अब ओट हर गज ज्यों हो सहाय। बल होआ बंधन छुटे सब किछ होत उपाय। नानक सब किछ तुमरे हाथ में तुम ही होत सहाय। संग सखा सब तज गए को न निभ्यो साथ। कहो नानक विपत में टेक एक रघुनाथ। नाम रहियो साधु रहियो रहियो गुरु गोबिंद। कहो नानक एह जगत में किन जपियो गुरमंत। राम नाम उर मैं गहियो जाकै सम नहीं कोय। जे सिमरत संकट मिटै दर्श तुहारो होय। राम नाम उर मैं गहियो जाकै सम नहीं कोय। जेह सिमरत संकट मिटै दर्श तुहारो होय। मुंदावणी महला पंजवा। थाल विच तिन वस्तु पयो सत संतोख विचारो। अमृत नाम ठाकुर का पयो जिसका सबस आधारो। जे को खावै जे को पुंचै तिसका होए उधारो।
एह वस्तु तजी नहीं जाई, नित नित रख उधारो। तम संसार चरणग तरिया, सब नानक ब्रह्म पसारो। श्लोक महला पंजवा। तेरा कीता जातो नाही, मैनो जोग की तोई। मैं निर्गुण आरे, को गुण नाही। आपे तरस पयोई, तरस पया मेहरा मत होई। सतगुर सजन मिलया, नानक नाम मिलै ता जीवा। तन मन थीवै हरिया, तरस पया मेहरा मत होई। सतगुर सजन मिलया, नानक नाम मिलै ता जीवा। तन मन थीवै हरिया। इक ओंकार सतगुर प्रसाद। रागमाला। राग एक संग पंच बरंगन संगी अलापै। आठो नंदन प्रथम राग भैरो वे कर ही। पंच रागनी संग उचर ही। प्रथम भैरवी बिलावल। प्रथम भैरवी बिलावली पुनिया की गावहि बंगली। पुनस लेखी की पही बारी, ये पैरों की पांचों नारी। पंचम हरक दिसाग सुनावे, बंगाल मधमाधव गावें। ललित बिलावल गावहीं, अपनी अपनी भांत। इष्ट पुत्र भैरव की गावें गायन पात्र। द्वितीया माल कुस की आलापें, संग रागनी पांचों थापे। गुंड करी और देव गंधारी, गंधारी सिहुति उचारी। तनासरी ये पांचों गाई, माल राग कौशिक संगलाई। मारू मस्त अंग में वारा, प्रबल चंड कौशिक उभारा। खौ खटियो पौरानंद गाय, अष्टमाल कौशिक संगलाई। पुनियायु हिंडोल पंच नार, संग अष्ट सुत। उठे तान कलोल, गायन तार मिलावही। तेलंगी देव करी आई, बसंती संदूर सुहाई। सरस अहिरी लै भारजा, संगलाई पांचो आरजा। सुरमानंद भास्कर आए, चंद्र बिंब मंगलन सुहाए। सरसबान अवाह बिनोदा, गावें सरस बसंत कमोदा। अष्टपुत्र में कही सवारी, पुनि आई दीपक की बारी। कछेली पट मंजरी, टोडी कही अलाप। कामोदियो गूजरी, सिंह दीपक के थाप। कालंका कुंतल और रामा, कमल कुसुम चंपक के नामा। गौरा और कांदरा कल्याणा, अष्टपुत्र दीपक के जाना। सब मिल श्राग वे गावें, पांचों संग बरंग लावें। बैरारी करनाटी धरी, गौरी गावें आसावरी। तेह पाछे सिंधवी अलापी, श्राग स्यों पांचों थापी। सालू सारंग सागर आया और गोंड गंभीर। अष्टपुत्र श्राग के गोंड कुंभ हमीर। खष्टम एक राग वे गावें, पांचों संग बरंग लावे। सूरठ गोंड मलारी धुनि पुनः गावें आशा गुन गुनी। ऊंचे सुसुहों पुन कीनी, मेघ राग स्यों पांचों चीनी। बैरा तर गए तर केदारा, जबली धर नट्यो जल धारा। पुन गावे शंकरियो श्यामा, मेघ राग पुत्रन के नामा। खष्ट राग उन गाए, संग राग नीतीस। सब है पुत्र रागन के, 18 10 20। खष्ट राग उन गाए, संग राग नीतीस। सब है पुत्र रागन के, 18 10 20। वाहिगुरु जी का खालसा, वाहिगुरु जी की फतेह।